ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ਹਾਏ 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 ਉਹ ਵੀ ਕਹਿੰਦਾ ਕੱਖ ਨਹੀਂ ਕੀਤਾ। ਕੀ ਬਾਤ ਹੈ, ਕੀ ਬਾਤ ਹੈ। ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ਉਹ ਵੀ ਕਹਿੰਦਾ ਕੱਖ ਨਹੀਂ ਕੀਤਾ। ਸੱਜਣ ਨੂੰ ਪਹਿਚਾਨ ਨਹੀਂ ਸਕਿਆ ਮੈਂ ਜੋ ਦਿਲ ਨੂੰ ਅੱਖ ਨਹੀਂ ਕੀਤਾ। ਹਾਏ ਹਾਏ ਹਾਏ। ਸੱਜਣ ਨੂੰ ਪਹਿਚਾਨ ਨਹੀਂ ਸਕਿਆ ਮੈਂ ਜੋ ਦਿਲ ਨੂੰ ਅੱਖ ਨਹੀਂ ਕੀਤਾ। ਤੇ ਮੇਰੇ ਕੋਲ ਵੀ ਸਿਫਰਾਂ ਹੈ ਸਨ ਪਰ ਮੈਂ 100 ਨੂੰ ਲੱਖ ਨਹੀਂ ਕੀਤਾ। ਵਾਹ 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 ਵਾਹ। ਸਰ ਜੀ, ਇੱਕ ਗਾਣਾ ਬੜਾ ਵਾਇਰਲ ਹੋਇਆ ਸੀ ਕਿ ਤੂੰ ਕਾਹਦਾ ਪਟਵਾਰੀ ਵੇ ਮੁੰਡਾ ਮੇਰਾ ਰੋਵੇ ਅੰਬ ਨੂੰ। ਤੇ ਪਟਵਾਰੀਆਂ ਦਾ ਕੀ ਰੋਲ ਹੁੰਦਾ ਸੀ ਉਸ ਦੌਰ ਦੇ ਅੰਦਰ, ਤੇ ਅੱਜ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਪਟਵਾਰੀ ਅੱਜ ਕੱਲ ਕੀ ਕੰਮ ਕਰ ਰਹੇ ਨੇ? ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਜੀ ਕਿ ਉਦੋਂ ਇਹ ਦੌਰ ਸੀ ਕਿ ਅਗਰ ਕੁੱਤੀ ਨੇ ਕਿਸੇ ਬੰਦੇ ਨੂੰ ਵੱਢਿਆ ਨਾ ਤੇ ਉਹਨੇ ਕੁੱਤੀ ਤੇ ਵੀ ਇਤਰਾਜ਼ ਕੀਤਾ ਵੀ ਤੂੰ ਕਦੀ ਪਟਵਾਰੀ ਨੂੰ ਨਹੀਂ ਵੱਢਿਆ, ਸਾਨੂੰ ਵੱਢਦੀ ਆ। ਪਟਵਾਰੀ ਇਹੋ ਜਿਹੀ ਚੀਜ਼ ਹੁੰਦਾ ਸੀ ਕਿ ਉਹ ਜਿੱਥੇ ਪਿੰਡ 'ਚ ਜਾਂਦਾ ਸੀ ਉਹਨੂੰ ਗਿਫਟ ਇਕੱਠੇ ਹੁੰਦੇ। ਸਰ ਪਹਿਲੇ ਤਾਂ ਬੜੇ ਜ਼ਿਆਦਾ ਸ਼ਾਇਰ ਹੁੰਦੇ ਸੀ, ਇਹਦੇ ਬਾਵਜੂਦ ਜਿਹੜੇ ਸਾਮਈਨ ਸਨ, ਮਤਲਬ ਸ਼ਾਇਰ ਵੀ ਬਤੌਰ ਸਾਮਈਨ ਜਾਂਦੇ ਸੀ, ਮਤਲਬ ਜਿਹੜੇ ਉਸਤਾਦ ਉੱਥੇ ਕਾਫੀ ਉਸਤਾਦ ਵੀ ਰਹੇ ਨੇ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਸ਼ਾਗਿਰਦ ਸਨ ਉਹ ਬਕਾਇਦਾ ਮੁਸ਼ਾਇਰਾ ਸੁਣਦੇ ਹੁੰਦੇ ਸਨ ਬਹਿ ਕੇ। ਬਿਲਕੁਲ ਸੁਣਦੇ ਸੀ। ਠੀਕ ਹੈ। ਤੇ ਅੱਜ ਕੱਲ ਜਿਹੜੇ ਸ਼ਾਗਿਰਦ ਆ ਉਹਨਾਂ ਨੂੰ ਇਹ ਸ਼ੌਕ ਹੈਗਾ ਕਿ ਜਨਾਬ ਅਸੀਂ ਸੁਣਾਈਏ ਤੇ ਉਸਤਾਦ ਸੁਣਾਈਏ ਤੇ ਘਰ ਨੂੰ ਜਾਈਏ। ਹਾਂ ਅੱਛਾ, ਹੁਣ ਉਹਨੂੰ ਇਹ ਸ਼ੌਕ ਹੈ ਹਾਂਜੀ ਵੀ ਅਸੀਂ ਸੁਣਾ ਲਈਏ ਬਸ ਘਰ ਨੂੰ ਚਲੇ ਜਾਈਏ। ਤੇ ਤੁਸੀਂ ਕੀ ਇਹਦੇ 'ਚ ਤਜਵੀਜ਼ ਦਿੰਦੇ ਆ, ਕੀ ਹੋਣਾ ਕੀ ਚਾਹੀਦਾ? ਅਸੀਂ ਤੇ ਕਹਿੰਦੇ ਜੀ ਅਸੀਂ ਅਗਰ ਅਦਬ ਦੇ ਭਾਂਬੜ ਨੂੰ ਬਾਲੀ ਰੱਖਣਾ ਵਾ ਨਾ ਜੀ ਤੇ ਫਿਰ ਉਹਦੇ ਬਾਲਣ ਦੀ ਲੋੜ ਤੇ ਹੁੰਦੀ ਆ ਨਾ ਜੀ। ਜਿਹੜੇ ਬੰਦੇ ਪੜ੍ਹਨ ਵਾਸਤੇ ਜਾਂਦੇ ਉਹ ਨਾਲ ਆਪਣੇ ਅਗਰ ਦੋ ਦੋਸਤ ਲਿਜਾਣ ਨਾ ਜੀ ਤੇ ਅਦਬ ਨੂੰ ਦੁਬਾਰਾ ਉਹੀ ਮੁਕਾਮ ਮਿਲ ਜਾਏ। ਇੱਕ ਵਡੇਰੇ ਦੇ ਨੌਕਰ ਨੂੰ ਮੈਂ ਪੁੱਛਿਆ ਸੀ ਤੈਨੂੰ ਇੱਥੋਂ ਕੀ ਲੱਭਦਾ ਏ? ਅੱਖਾਂ ਦੇ ਵਿੱਚ ਅਥਰੂ ਭਰ ਕੇ ਲਾਗੇ ਬਹਿ ਕੇ ਆਖਣ ਲੱਗਾ ਮੇਰਾ ਦਾਦਾ ਇਸੇ ਹੀ ਘਰ ਦਾ ਨੌਕਰ ਸੀ, ਅੱਗੋਂ ਮੇਰਾ ਪਿਓ ਵੀ ਨੌਕਰ, ਅੱਗੋਂ ਮੈਂ ਵੀ ਇਸੇ ਘਰ ਦਾ ਨੌਕਰ ਵਾਂ ਤੇ 3 ਪੁਸ਼ਤਾਂ ਦੀ ਖਿਦਮਤ ਦੇ ਵਿੱਚ ਇਹ ਮਿਲਿਆ ਏ ਸਾਡੇ ਮੁੱਖ ਮਹਾਂਦਰੇ ਸਾਰੇ ਚੌਧਰੀਆਂ ਤੇ ਜਾ ਪਏ। ਹਾਏ 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 ਹਾਏ। अस्सलाम वालेकुम सज्जनों ਤੇ ਮਿੱਤਰੋ, ਕੀ ਹਾਲ ਚਾਲ ਨੇ? ਅੰਦਾਜ਼ੇ ਨਜਮ 'ਚ ਜੀ ਆਇਆਂ ਨੂੰ। ਤੇ ਅੱਜ ਸਾਡੇ ਨਾਲ ਜਿਹੜੇ ਪ੍ਰਾਹੁਣੇ ਨੇ ਬਹੁਤ ਸੋਹਣਾ ਸ਼ੇਰ ਕਹਿੰਦੇ ਨੇ ਔਰ ਬੁਰੇ ਵਾਲਾ ਦੀ ਪਹਿਚਾਨ ਨੇ। ਤੁਸੀਂ ਮੰਜ਼ਰਨਾਮੇ ਦੇ ਉੱਤੇ ਇੱਕ ਸ਼ੇਰ ਬੜੇ ਵਾਇਰਲ ਹੋਏ ਨੇ, ਉਹ ਸੁਣੇ ਹੋਣੇ ਕਿ ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ਉਹ ਵੀ ਕਹਿੰਦਾ ਕੱਖ ਨਹੀਂ ਕੀਤਾ। ਮੇਰੇ ਕੋਲ ਵੀ ਸਿਫਰਾਂ ਹੈ ਸਨ ਪਰ ਮੈਂ 100 ਨੂੰ ਲੱਖ ਨਹੀਂ ਕੀਤਾ। ਮੀਆਂ ਮੁਹੰਮਦ ਬਖਸ਼ ਦੇ ਨਾਂ ਨਾਲ ਇਹਨਾਂ ਨੇ ਇੱਕ ਤਨਜ਼ੀਮ ਬਣਾਈ ਹੈ ਬੁਰੇ ਵਾਲਾ ਦੇ ਅੰਦਰ ਔਰ ਉਹਦੇ ਵਿੱਚ 1976 ਤੋਂ ਅੱਜ ਤੱਕ ਮੁਸ਼ਾਇਰੇ ਕਰਵਾਉਂਦੇ ਆ ਰਹੇ ਨੇ ਔਰ ਬੜਾ ਜ਼ਬਰਦਸਤ ਮੁਸ਼ਾਇਰਾ ਕਰਾਉਂਦੇ ਨੇ ਬੁਰੇ ਵਾਲਾ ਦੀ ਜਿਹੜਾ ਧਰਤੀ ਦੇ ਉੱਤੇ। ਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਜਨਾਬ ਹਨੀਫ ਸੂਫੀ ਸਾਹਿਬ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ? ਅਲਹਮਦੁਲਿਲਾ ਜੀ। ਪਹਿਲੇ ਤਾਂ ਸਰ ਜੀ ਆਇਆਂ ਨੂੰ ਤੁਹਾਨੂੰ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ਫਕਤ। ਮੈਨੂੰ ਇਹ ਪਹਿਲੇ ਦੱਸੋ ਕਿ ਜਿਹੜਾ ਬੁਰੇ ਵਾਲਾ ਹੈ ਇਹ ਤਾਰੀਖੀ ਇਤਬਾਰ ਨਾਲ ਇਹਦੇ 'ਚ ਕਿਹੜੇ ਸ਼ਾਇਰ ਸਾਡੇ ਕੋਲ ਰਹੇ ਨੇ ਔਰ ਕੀ ਉਹ ਜਿਹੜਾ ਕਿ ਕਹਿੰਦੇ ਉਹਨਾਂ ਦੀ ਖਿਦਮਤ? ਵੈਸੇ ਤਾਂ ਜੀ ਬਾਬਾ ਫਰੀਦ ਰਹਿਮਤੁल्लाह ਅਲੈਹ ਵੀ ਬੁਰੇ ਵਾਲੇ ਜਾ ਕੇ ਉਹਨਾਂ ਨੇ ਹਾਜੀ ਸ਼ੇਰ ਰਹਿਮਤੁल्लाह ਅਲੈਹ ਦਰਬਾਰ 'ਤੇ ਡੇਰਾ ਲਾਈ ਰੱਖਿਆ। ਠੀਕ ਹੈ। ਔਰ ਸ਼ਾਇਰੀ ਕੀਤੀ ਔਰ ਅਗਲੀ ਗੱਲ ਇਹ ਕਿ ਗੁਰੂ ਨਾਨਕ ਸਾਹਿਬ ਵੀ ਉੱਥੇ ਜਾ ਕੇ ਰਹੇ ਨੇ। ਅੱਛਾ ਜੀ। ਉੱਥੇ ਸਾਡੇ ਨਾਲ ਇੱਕ ਕਿਆ ਬੂੜੇ ਵਾਲਾ ਸੀ। ਸਹੀ। ਬੂੜੇ ਵਾਲਾ ਖੂਹ। ਸਹੀ। ਉਸ ਹਵਾਲੇ ਤੋਂ ਇਸ ਸ਼ਹਿਰ ਦਾ ਨਾਮ ਬੂੜੇ ਵਾਲਾ ਰੱਖਿਆ ਗਿਆ ਔਰ ਬਹੁਤ ਸਾਰਾ ਅਰਸਾ ਸਟੇਸ਼ਨ ਬੂੜੇ ਵਾਲੇ ਤੋਂ ਰਿਹਾ। ਬੂੜੇ ਵਾਲਾ ਬਾਅਦ 'ਚ ਬਣਿਆ, ਰਵਾਨੀ ਥੋੜ੍ਹੀ ਜਾ ਕੇ ਨਹੀਂ ਬੂੜੇ ਵਾਲਿਆਂ ਨੂੰ। ਸਹੀ। ਤੈਨੂੰ ਬੂੜੇ ਵਾਲਾ ਕਰ ਦਿੱਤਾ ਗਿਆ। ਤੇ ਫਕੀਰ ਮੁਹੰਮਦ ਕਾਦਰੀ ਸਾਹਿਬ ਮਰਹੂਮ ਬਹੁਤ ਪੁਰਾਣੇ ਸਾਡੇ ਮਤਲਬ ਸੂਰਤ ਤੋਂ ਪਹਿਲਾਂ ਫੌਤ ਹੋ ਗਏ, ਬਹੁਤ ਪੁਰਾਣੇ ਸ਼ਾਇਰ ਸੀ। ਉਸ ਤੋਂ ਬਾਅਦ ਬੂੜੇ ਵਾਲੇ ਇੱਕ ਸ਼ਾਇਰ ਪਟਵਾਰੀ ਸਨ, ਫਿਰ ਉਹ ਕਾਨੂੰਗੋ ਹੋਏ। ਗੁਲਾਮ ਐਦਰ ਮਸਤਾਨਾ ਉਹਨਾਂ ਦਾ ਨਾਮ ਸੀ। ਸਹੀ। ਉਹਨਾਂ ਨੇ ਕਬਿਤ ਵੈਰ ਵਿੱਚ ਡਬਲ ਮਿਸਰਿਆਂ ਨਾਲ ਸੱਸੀ ਲਿਖੀ ਪੂਰੀ। ਅੱਛਾ। ਔਰ ਐਸੀ ਲਿਖੀ ਕਿ ਕਮਾਲ ਕਰਤੀ। ਲੇਕਿਨ ਉਹਨਾਂ ਨਾਲ ਇਨਸਾਫ ਨਹੀਂ ਹੋ ਸਕਿਆ ਕਿ ਜਿਨ੍ਹਾਂ ਨੇ ਬਾਅਦ 'ਚ ਕਿਤਾਬ ਛਪਾਉਣ 'ਤੇ ਪੈਸੇ ਲਾਏ ਉਹਨਾਂ ਕੰਜੂਸੀ ਕਰ ਲਈ। ਅੱਛਾ। ਇਸ ਕਰਕੇ ਉਹਨਾਂ ਦਾ ਨਾਮ ਸਾਹਮਣੇ ਨਹੀਂ ਆ ਸਕਿਆ। ਉਸ ਤੋਂ ਬਾਅਦ ਫਿਰ ਮੇਰੇ ਦੋਸਤ ਅਲੀ ਮਮਲੋਕ, ਹਾਜੀ ਮੁਮਤਾਜ਼, ਕਲੀਮ ਸ਼ਹਿਜ਼ਾਦ, ਪਿਛਲੇ ਦਿਨਾਂ 'ਚ ਗਜ਼ਨੀ ਸਾਹਿਬ, ਅਕਰਮ ਬਾਜਵਾ ਸਾਹਿਬ, ਸਾਰੇ ਦੋਸਤ ਜਿਹੜੇ ਅਸੀਂ ਹਮਜੋਲੀ ਸਾਂ, ਅਸੀਂ ਇਕੱਠੇ ਸਾਂ। ਲੇਕਿਨ ਸਾਰੇ ਦੋਸਤ ਹੌਲੀ ਹੌਲੀ ਸਾਥ ਛੱਡ ਗਏ।
ਤੇ ਸਰ ਹੁਣ ਮਤਲਬ ਤੁਸੀਂ ਕੰਮ ਆਪਣਾ ਜਾਰੀ ਸਾਰੀ ਕੀਤਾ ਹੋਇਆ, ਤੁਸੀਂ ਕੋਈ ਵੀ ਉਹਦੇ 'ਚ ਕਮੀ ਨਹੀਂ ਕਰਦੇ, ਉਥੇ ਮੁਸ਼ਾਇਰੇ ਉਸੇ ਰਵਾਨੀ ਨਾਲ ਹੋ ਰਹੇ ਨੇ। ਤੇ ਕਿਹੜੇ ਕਿਹੜੇ ਨਾਮਵਰ ਸ਼ਾਇਰ ਨੇ ਜਿਹੜੇ ਦੂਸਰੇ ਸ਼ਹਿਰਾਂ ਤੋਂ ਆ ਕੇ ਬੂਰੇ ਵਾਲਾ ਮੁਸ਼ਾਇਰੇ ਪੜ੍ਹਦੇ ਰਹੇ ਨੇ? ਬੂਰੇ ਵਾਲੇ ਤੇ ਜੀ ਅਹਿਮਦ ਫਰਾਜ਼ ਸਾਹਿਬ 5 ਮਰਤਬਾ ਆਏ ਨੇ ਜੀ। ਅੱਛਾ, ਵਾਹ। ਜੀ ਅਹਿਮਦ ਰਾਈ ਸਾਹਿਬ ਬੂਰੇ ਵਾਲੇ ਤਸ਼ਰੀਫ ਲੈ ਗਏ, ਇਹਨਾਂ ਨੂੰ ਅਵਾਰਡ ਵੀ ਦਿੱਤੇ, ਮੀਆਂ ਮੁਹੰਮਦ ਬਖਸ਼ ਅਵਾਰਡ। ਠੀਕ ਹੈ। ਇਸਲਾਮਾਬਾਦ ਤੋਂ ਕਮ ਸੇ ਕਮ 10 ਦੋਸਤਾਂ ਨੂੰ ਇਹ ਅਵਾਰਡ ਦਿੱਤੇ ਗਏ। ਅਤਾਉੱਲਾ ਕਾਸ਼ਮੀਰ, ਜਿੰਨੇ ਵੀ ਜੋ ਵੀ ਮਾਰੂਫ ਆਦਮੀ ਨੇ ਨਾ ਜੀ, ਸਾਰਿਆਂ ਨੇ ਬੂਰੇ ਵਾਲੋਂ ਜਾ ਕੇ ਮੀਆਂ ਮੁਹੰਮਦ ਬਖਸ਼ ਅਵਾਰਡ ਹਾਸਲ ਕੀਤਾ। ਤਾਂ ਉਹ ਅਵਾਰਡ ਤੋਂ ਮੋਹਤਬਾਰ ਹੋ ਗਏ, ਸਾਡੀ ਤਨਜ਼ੀਮ ਉਹਨਾਂ ਦੇ ਆਉਣ 'ਤੇ ਮੋਹਤਬਾਰ ਹੋ ਗਈ। ਕਿਆ ਬਾਤ। ਅਹਿਮਦ ਰਾਈ ਦੇ ਜਾਣ 'ਤੇ ਵੀ ਸਾਨੂੰ ਬੜੀ ਢੇਰ ਸਾਰੀ ਖੁਸ਼ੀ ਹੋਈ ਕਿ ਅਹਿਮਦ ਰਾਈ ਇੱਕ ਨਾਮ ਸੀ। ਅਤੇ ਪਹਿਲੇ ਜਿਹੜੇ ਮੁਸ਼ਾਇਰੇ ਹੁੰਦੇ ਰਹੇ ਨਾ ਜੀ, ਉਹਨਾਂ 'ਚ ਇਸਮਾਈਲ ਮੁਤਵਾਲਾ, ਨਾਜ਼ਿਸ਼ ਕਾਸ਼ਮੀਰੀ, ਡਾਕਟਰ ਰਸ਼ੀਦ ਅਨਵਰ, ਇਹੋ ਜਿਹੇ ਦੋਸਤ ਵੀ ਉੱਥੇ ਜਾਂਦੇ ਰਹੇ ਨੇ ਸਾਡੇ ਕੋਲ ਬੂਰੇ ਵਾਲੇ ਮੁਸ਼ਾਇਰਿਆਂ 'ਚ ਸ਼ਿਰਕਤ ਕਰਨ ਵਾਸਤੇ। ਇਜ਼ਾਜ਼ ਅਹਿਮਦ, ਆਜ਼ਰ, ਮਨੀਰ ਨਿਆਜ਼ੀ, ਸਾਰੇ ਦੋਸਤ, ਕੋਈ ਵੀ ਜਿਹੜਾ ਦੋਸਤ ਆਣਾ ਸੀ ਉਹ ਬੂਰੇ ਵਾਲੇ ਤੋਂ ਮਤਲਬ ਨਹੀਂ, ਮਤਲਬ ਉਹਦੀ ਗੈਰ ਹਾਜ਼ਰੀ ਹੋਈ। ਤਸ਼ਰੀਫ ਜ਼ਰੂਰ ਲਿਆਇਆ, ਸਾਡੀ ਗੁਜ਼ਾਰਿਸ਼ ਤੇ ਸੀ, ਜਦੋਂ ਵੀ ਉਹਨਾਂ ਨੂੰ ਸੱਦਾ ਦਿੱਤਾ ਉਹ ਹਾਜ਼ਰ ਹੋਏ ਨੇ, ਤਸ਼ਰੀਫ ਲਿਆਏ। ਸਰ 1974 ਤੋਂ ਤੁਸੀਂ ਇਹ ਤਨਜ਼ੀਮ ਚਲਾ ਰਹੇ ਹੋ, ਇੱਥੇ ਮੁਸ਼ਾਇਰੇ ਤੁਸੀਂ ਕਰਵਾ ਰਹੇ ਆ, ਤੇ ਮੈਨੂੰ ਥੋੜਾ ਦੱਸੋ ਕਿ ਉਦੋਂ ਤੋਂ ਹੁਣ ਤੱਕ ਜਿਹੜਾ ਦੌਰ ਚੱਲਿਆ ਵਾ, ਮੁਸ਼ਾਇਰਿਆਂ 'ਚ ਕੀ ਫ਼ਰਕ ਤੁਹਾਨੂੰ ਨਜ਼ਰ ਆਇਆ? ਹੁਣ ਫ਼ਰਕ ਹੈ ਜੀ, ਹੁਣ ਮੋਬਾਈਲ ਦੌਰ ਆ ਗਿਆ। ਠੀਕ ਹੈ। ਪਹਿਲੇ ਲੋਕ ਮੋਬਾਈਲ ਦੀ ਜ਼ਦ ਵਿੱਚ ਨਹੀਂ ਸੀ ਆਏ ਹੋਏ। ਠੀਕ ਹੈ। ਉਹਨਾਂ ਨੂੰ ਆਪਣੀ ਤਬੀਅਤ ਨੂੰ ਬਹਾਲ ਰੱਖਣ ਵਾਸਤੇ ਕੋਈ ਨਾ ਕੋਈ ਫੰਕਸ਼ਨ ਚਾਹੀਦਾ ਹੁੰਦਾ ਸੀਗਾ, ਉਹਨਾਂ ਨੂੰ ਮੁਸ਼ਾਇਰੇ ਦੀ ਸੂਰਤ 'ਚ ਮਿਲ ਜਾਂਦਾ ਸੀਗਾ। ਹੁਣ ਤਾਂ ਕਿਸੇ ਇੱਕ ਦੋਸਤ ਨੂੰ ਭੇਜ ਦਿੰਦੇ ਆ, ਮੋਬਾਈਲ ਚਲਾ ਕੇ, ਤਾਂ ਉਹਨੂੰ ਘਰੇ ਬੈਠਿਆਂ ਨੂੰ ਮੁਸ਼ਾਇਰਾ ਸੁਣਾ ਦਿੰਦਾ। ਇਸ ਕਰਕੇ ਮੁਸ਼ਾਇਰੇ ਦੀ ਹਾਜ਼ਰੀ ਘੱਟ ਗਈ। ਅੱਛਾ। ਅਦਰਵਾਈਜ਼ ਅਸੀਂ ਮੁਸ਼ਾਇਰੇ ਵਿੱਚ 500 ਕੁਰਸੀ ਲਾਉਂਦੇ ਹੁੰਦੇ ਸੀ। ਅੱਛਾ। ਤੇ ਉਹ ਭਰ ਜਾਂਦੀ ਸੀ, ਲੋਕ ਪਲਾਟਾਂ 'ਚ ਬੈਠ ਜਾਂਦੇ ਸੀ ਆ ਕੇ ਮੁਸ਼ਾਇਰਾ ਸੁਣਨ ਵਾਸਤੇ। ਤੇ ਹੁਣ ਮਤਲਬ ਤੁਸੀਂ ਕਹਿੰਦੇ ਕਿ ਹੁਣ ਉਹ ਆਡੀਅנס ਉਸ ਤਰ੍ਹਾਂ ਨਹੀਂ, ਆਡੀਅנס ਨਹੀਂ ਜੀ ਹੁਣ ਉਸ ਤਰ੍ਹਾਂ ਆਉਂਦੇ, ਹੁਣ ਲੋਕੀ ਮੋਬਾਈਲ ਦੇ ਉੱਤੇ ਆਪਣਾ ਗੁਜ਼ਾਰਾ ਕਰ ਲੈਂਦੇ ਆ। ਨੰਬਰ 1। ਨੰਬਰ 2, ਕੁਝ ਸਾਡੇ ਦੋਸਤ ਮਤਲਬ ਚਾਹੁੰਦੇ ਨੇ ਕਿ ਇਹਦੀ ਜਿਹੜੀ ਨਾ ਅਦਬ ਦੀ ਪੱਗ ਉਹ ਸਾਡੇ ਸਿਰ 'ਤੇ ਰਵੇ। ਉਹ ਸਾਡੇ ਸਿਰ 'ਤੇ ਪੱਗ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਕੁਝ ਦੋਸਤਾਂ ਨੂੰ, ਉਹ ਫਿਰ ਆ ਵੀ ਜਾਂਦੇ ਨੇ, ਲੇਕਿਨ ਆਪਣੇ ਦੋਸਤਾਂ ਨੂੰ ਨਹੀਂ ਲੈ ਕੇ ਆਉਂਦੇ ਨਾਲ। ਅਗਰ ਬੂਰੇ ਵਾਲੇ ਦੇ 20 ਲੋਕ ਮੁਸ਼ਾਇਰਾ ਪੜ੍ਹਨ ਤੇ 5-5 ਬੰਦੇ ਵੀ ਲਿਆਉਣ ਤਾਂ 100 ਬੰਦਾ ਬਣਦਾ। ਲੇਕਿਨ ਉਹਨਾਂ ਦੀ ਇਹ ਵੀ ਕੋਸ਼ਿਸ਼ ਹੁੰਦੀ ਕਿ ਮੁਸ਼ਾਇਰੇ 'ਚ ਰਸ਼ ਵੀ ਨਾ ਹੋਵੇ ਅਤੇ ਅਸੀਂ ਮੁਸ਼ਾਇਰਾ ਵੀ ਪੜ੍ਹ ਲਈਏ। ਸਹੀ ਹੈ, ਉਹਨਾਂ ਦੀ ਮਿਹਰਬਾਨੀ ਹੈ। ਸਰ ਪਹਿਲੇ ਤਾਂ ਬੜੇ ਜ਼ਿਆਦਾ ਸ਼ਾਇਰ ਹੁੰਦੇ ਸੀ, ਇਹਦੇ ਬਾਵਜੂਦ ਜਿਹੜੇ ਸਾਮਈਨ ਸਨ, ਮਤਲਬ ਸ਼ਾਇਰ ਵੀ ਬਤੌਰ ਸਾਮਈਨ ਜਾਂਦੇ ਸੀ, ਮਤਲਬ ਜਿਹੜੇ ਉਸਤਾਦ ਉੱਥੇ ਕਾਫੀ ਉਸਤਾਦ ਵੀ ਰਹੇ ਨੇ ਜਿਹੜੇ, ਉਹਨਾਂ ਦੇ ਅੱਗੇ ਜਿਹੜੇ ਸ਼ਾਗਿਰਦ ਸਨ ਉਹ ਬਕਾਇਦਾ ਮੁਸ਼ਾਇਰਾ ਸੁਣਦੇ ਹੁੰਦੇ ਸਨ ਬਹਿ ਕੇ। ਬਿਲਕੁਲ ਸੁਣਦੇ ਸੀ। ਠੀਕ ਹੈ। ਤੇ ਅੱਜ ਕੱਲ ਜਿਹੜੇ ਸ਼ਾਗਿਰਦ ਆ ਉਹਨਾਂ ਨੂੰ ਇਹ ਸ਼ੌਕ ਹੈਗਾ ਕਿ ਜਨਾਬ ਅਸੀਂ ਸੁਣਾਈਏ ਤੇ ਉਸਤਾਦ ਸੁਣਾਈਏ ਤੇ ਘਰ ਨੂੰ ਜਾਈਏ। ਹਾਂ। ਅੱਛਾ। ਹੁਣ ਉਹਨਾਂ ਨੂੰ ਇਹ ਸ਼ੌਕ ਹੈ ਹਾਂਜੀ ਵੀ ਅਸੀਂ ਸੁਣਾ ਲਈਏ ਬਸ ਘਰ ਨੂੰ ਚਲੇ ਜਾਈਏ। ਤੇ ਤੁਸੀਂ ਕੀ ਇਹਦੇ 'ਚ ਤਜਵੀਜ਼ ਦਿੰਦੇ ਆ, ਕੀ ਹੋਣਾ ਕੀ ਚਾਹੀਦਾ? ਅਸੀਂ ਤੇ ਕਹਿੰਦੇ ਜੀ, ਅਸੀਂ ਅਗਰ ਅਦਬ ਦੇ ਭਾਂਬੜ ਨੂੰ ਬਾਲੀ ਰੱਖਣਾ ਵਾ ਨਾ ਜੀ, ਤੇ ਫਿਰ ਉਹਦੇ ਬਾਲਣ ਦੀ ਲੋੜ ਤੇ ਹੁੰਦੀ ਆ ਨਾ ਜੀ। ਜਿਹੜੇ ਬੰਦੇ ਪੜ੍ਹਨ ਵਾਸਤੇ ਜਾਂਦੇ ਉਹ ਨਾਲ ਆਪਣੇ ਅਗਰ 2-2 ਦੋਸਤ ਲਿਜਾਣ ਨਾ ਜੀ, ਤੇ ਅਦਬ ਨੂੰ ਦੁਬਾਰਾ ਉਹੀ ਮੁਕਾਮ ਮਿਲ ਜਾਏ। ਸਹੀ ਹੈ। ਅੱਛਾ ਸਰ, ਥੋੜ੍ਹੀ ਜਿਹੀ ਅਸੀਂ ਪਿੰਡ ਦੀਆਂ ਵੀ ਗੱਲਾਂ ਕਰ ਲਈਏ। ਮੈਨੂੰ ਦੱਸੋ, ਤੁਸੀਂ ਜਦੋਂ ਤੁਸੀਂ ਅੱਖ ਖੋਲ੍ਹੀ ਹੈ ਤੇ ਉਸ ਟਾਈਮ ਤੁਸੀਂ ਕੀ ਮਾਹੌਲ ਸੀ, ਹੁਣ ਜਿਹੜਾ ਇਸ ਟਾਈਮ ਬੂਰੇ ਵਾਲਾ ਦਾ ਮਾਹੌਲ ਹੈ, ਇਹਦੇ 'ਚ ਕੀ ਤੁਹਾਨੂੰ ਨੁਮਾਇਆ ਫ਼ਰਕ ਨਜ਼ਰ ਆਇਆ? ਸਰ ਗੁਜ਼ਾਰਿਸ਼ ਹੈ ਕਿ ਮੈਂ ਤੁਹਾਨੂੰ ਨਾ ਪਿੰਡਾਂ ਦੇ ਮਾਹੌਲ ਦੀਆਂ 1-2 ਨਜ਼ਮਾਂ ਸੁਣਾ ਦਿੰਦਾ। ਅੱਛਾ। ਹਾਂ, ਅਗਰ ਚਲੋ ਉਹ ਵੀ ਤੁਹਾਡੇ ਕੋਲ ਅਸੀਂ ਸੁਣਾਂਗੇ, ਲੇਕਿਨ ਕੋਈ ਗੱਲਬਾਤ ਵੀ ਹੋਣੀ ਚਾਹੀਦੀ ਨਾ ਇਹਦੇ ਉੱਤੇ। ਗੱਲਬਾਤ ਇਹ ਜੀ ਕਿ ਫ਼ਰਕ ਇਹ ਹੈ ਕਿ ਅੱਗੇ ਪਿੰਡ ਵਿੱਚ 2 ਚੌਂਤਰੇ ਹੁੰਦੇ ਸੀ। ਅੱਛਾ। ਅਗਰ ਪਿੰਡ ਦੀਆਂ 2 ਨੰਬਰਦਾਰੀਆਂ ਹੁੰਦੀਆਂ ਸੀ ਨਾ ਜੀ, ਇੱਕ ਪਿੰਡ ਦੀਆਂ, ਤੇ ਉਹਨਾਂ ਨੂੰ ਅੱਧਾ ਮੁਰੱਬਾ ਪੈਲੀ ਮਿਲਦੀ ਸੀ ਸਰਕਾਰ ਵੱਲੋਂ। ਠੀਕ ਹੈ। ਤੇ 2 ਚੌਂਤਰੇ ਹੁੰਦੇ ਸੀਗੇ। ਠੀਕ ਹੈ। ਉਹ ਹੁੱਕਾ ਭਖਾ ਕੇ ਬੈਠ ਜਾਂਦਾ ਸੀ, ਚਾਹ ਦਾ ਕੱਪ ਵੀ ਲੱਭਦਾ ਸੀਗਾ। ਤੇ ਜਿਹੜੇ ਵੀ ਚਿੱਟੀਆਂ ਵਾਲਾਂ ਵਾਲੇ ਲੋਕ ਸੀ ਸ਼ਾਮ ਨੂੰ ਜਾ ਕੇ ਉੱਥੇ ਬੈਠਦੇ ਸੀ। ਸਹੀ। ਪਿੰਡ ਦੇ ਮੁਤਲਕ ਤਜਵੀਜ਼ਾਂ ਦਿੰਦੇ ਸੀਗੇ। ਨੰਬਰਦਾਰ ਸਾਹਿਬ ਨੂੰ ਕੋਲੋਂ ਭਲਾਈ ਦੀ ਮਤਲਬ ਤਵੱਕੋ ਰੱਖਦੇ ਸੀਗੇ ਤੇ ਭਲਾਈ ਹੁੰਦੀ ਸੀਗੀ। ਹੁਣ ਸੂਰਤ ਹਾਲ ਇਹ ਹੈ ਕਿ ਹਰ ਵਿਹੜੇ 'ਚ 4 ਚੌਧਰੀ ਨੇ। ਹਾਂ, ਇੰਨਾ ਫਰਕ ਪੈ ਗਿਆ। ਸਹੀ। ਉਦੋਂ ਪੂਰੇ ਪਿੰਡ 'ਚ 1 ਚੌਧਰੀ ਜਾਂ 2 ਚੌਧਰੀ ਹੁੰਦੇ ਸੀ। ਹਾਂਜੀ। ਤੇ ਆਏ ਗਏ ਨੂੰ ਅਗਰ ਕੋਈ ਅਫਸਰ ਗਿਆ ਤਾਂ ਨੰਬਰਦਾਰੀ ਸੰਭਾਲਦਾ ਸੀ, ਨੰਬਰਦਾਰੀ ਉਹਨਾਂ ਦਾ ਖਾਣਾ ਨਹੀਂ, ਕਿਉਂਕਿ ਅੱਧਾ ਮੁਰੱਬਾ ਪੈਲੀ ਮਿਲੀ ਹੁੰਦੀ ਸੀ ਉਹਨੂੰ। ਹੁਣ ਤਾਂ ਭਾਈ ਜੀ ਹਰ ਬੰਦਾ ਕਹਿੰਦਾ ਥਾਣੇ ਮੇਰੀ ਡਾਇਰੈਕਟ ਗੱਲ ਹੋਵੇ, ਤਹਿਸੀਲਦਾਰ ਨਾਲ ਮੇਰੀ ਡਾਇਰੈਕਟ ਗੱਲ ਹੋਵੇ, ਸਮਝ ਲਓ। ਤੇ ਉਹ ਹਰ ਬੰਦਾ ਆਪਣੇ ਆਪ ਨੂੰ ਚੌਧਰੀ ਸਮਝਦਾ। ਇਹ ਫਰਕ ਪਿਆ ਹੁਣ ਵਿੱਚ ਤੇ ਉਦੋਂ ਵਿੱਚ। ਸਰ ਜੀ, ਇੱਕ ਗਾਣਾ ਬੜਾ ਵਾਇਰਲ ਹੋਇਆ ਸੀ ਕਿ ਤੂੰ ਕਾਹਦਾ ਪਟਵਾਰੀ ਵੇ ਮੁੰਡਾ ਮੇਰਾ ਰੋਵੇ ਅੰਬ ਨੂੰ, ਤੇ ਪਟਵਾਰੀਆਂ ਦਾ ਕੀ ਰੋਲ ਹੁੰਦਾ ਸੀ ਉਸ ਦੌਰ ਦੇ ਅੰਦਰ, ਤੇ ਅੱਜ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਪਟਵਾਰੀ ਅੱਜ ਕੱਲ੍ਹ ਕੀ ਕੰਮ ਕਰ ਰਹੇ ਨੇ? ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਜੀ ਕਿ ਉਦੋਂ ਇਹ ਦੌਰ ਸੀ ਕਿ
ਅਗਰ ਕੁੱਤੀ ਨੇ ਕਿਸੇ ਬੰਦੇ ਨੂੰ ਵੱਢਿਆ ਨਾ ਤੇ ਉਹਨੇ ਕੁੱਤੀ ਤੇ ਵੀ ਇਤਰਾਜ਼ ਕੀਤਾ ਵੀ ਤੂੰ ਕਦੀ ਪਟਵਾਰੀ ਨੂੰ ਨਹੀਂ ਵੱਢਿਆ, ਸਾਨੂੰ ਵੱਢਦੀ ਆ। ਪਟਵਾਰੀ ਇਹੋ ਜਿਹੀ ਚੀਜ਼ ਹੁੰਦਾ ਸੀ ਕਿ ਉਹ ਜਿੱਥੇ ਪਿੰਡ 'ਚ ਜਾਂਦਾ ਸੀ ਉਹਨੂੰ ਗਿਫਟ ਇਕੱਠੇ ਹੁੰਦੇ ਸੀ। ਅੱਛਾ। ਕਿਤੋਂ ਅੰਬ ਮਿਲ ਜਾਣੇ, ਕਿਤੋਂ ਕੋਈ ਸੁਗਾਤ ਮਿਲ ਜਾਣੀ, ਕਿਤੋਂ ਕੋਈ ਅੱਛੀ ਦਾਵਤ ਕਰ ਲੈਣੀ ਕਿਸੇ ਨੇ। ਹੁਣ ਤਾਂ ਪਟਵਾਰੀ ਜਿਹੜਾ ਜੀ ਉਹ ਪੈਸੇ ਨਗਦ ਕਮਾਉਂਦਾ ਵਾ ਤੇ ਆਪਣੇ ਅਫਸਰਾਂ ਦੀਆਂ ਜ਼ਰੂਰੀਅਤ ਪੂਰੀਆਂ ਕਰਦਾ ਵਾ ਤੇ ਉਹ ਆਪਣੇ ਘਰ ਰਾਜੀ, ਉਹ ਆਪਣੇ ਘਰ ਰਾਜੀ। ਸਹੀ। ਅਫਸਰਾਂ ਨੇ ਉਹਨੂੰ ਕਹਿ ਦੇਣਾ ਵੀ ਭਾਈ ਅੱਜ ਫਲਾਂ ਜਗ੍ਹਾ ਸੈਲਾਬ ਆ ਗਿਆ, ਫਲਾਂ ਜਗ੍ਹਾ ਆਹ ਕੰਮ ਹੋਇਆ, ਇੰਨੇ ਪੈਸੇ ਦੇ ਦੇ। ਹੁਣ ਕਮਿਸ਼ਨਰ ਆ ਰਿਹਾ ਉਹਦੀ ਦਾਵਤ ਕਰਨੀ ਹੈ, ਫਲਾਂ ਹੋਟਲ 'ਚ ਇੰਨਿਆਂ ਬੰਦਿਆਂ ਦਾ ਆਰਡਰ ਦੇ ਦੇ। ਸਹੀ ਹੈ। ਤੇ ਬਸ ਉਹਨਾਂ ਦੇ ਪੂਰੇ ਕਰਦਾ ਹੀ ਆਪਣੇ ਜੋਗੇ ਬਚਾਉਂਦਾ। ਹੁਣ ਪਿੰਡਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਂਦੀ। ਅੱਛਾ ਸਰ, ਪਿਛਲੇ ਦੌਰ ਦੇ ਅੰਦਰ ਇੱਕ ਕਮੀ ਕਮੀਨ ਦਾ ਲਫ਼ਜ਼ ਇਸਤੇਮਾਲ ਹੁੰਦਾ ਸੀ। ਕੁਝ ਲੋਕ ਐਸੇ ਹੁੰਦੇ ਸੀ ਜਿਨ੍ਹਾਂ ਦਾ ਪੂਰੇ ਸਾਲ ਦੇ ਉਹ ਦਾਣੇ ਉਹਨਾਂ ਨੂੰ ਦੇਣੇ ਹੁੰਦੇ ਸੀਗੇ ਉਹਨਾਂ ਨੇ, ਤੇ ਉਹਨਾਂ ਨੇ ਆ ਕੇ ਤੇ ਜਨਾਬ ਸ਼ੇਵ ਕਰਨੀ ਆ ਤੇ ਮੁਖਤਲਿਫ ਕੰਮ ਉਹਨਾਂ ਦੇ ਕਰਨੇ ਹੁੰਦੇ ਸਨ। ਉਹ ਕੀ ਲੋਕ ਹੁੰਦੇ ਸਨ ਤੇ ਉਹਨਾਂ ਦਾ ਜ਼ਰਾ ਦੱਸੋ। ਇਹ ਮੁਖਤਲਿਫ ਹੀ ਹੈ ਕਿ ਸਾਨੂੰ ਨਾ ਸਾਡੇ ਨਾਲ ਜ਼ੁਲਮ ਇਹ ਹੋਇਆ ਕਿ ਅੰਗਰੇਜ਼ ਨੇ ਸਾਡੇ ਇਮਾਮ ਮਸਜਿਦ ਨੂੰ ਵੀ ਕਮੀਆਂ ਦੇ ਕਿੱਲਿਆਂ 'ਚ 2 ਕਿੱਲੇ ਦੇ ਦਿੱਤੇ। ਅੱਛਾ। ਜਾਂ ਤੇਰੇ ਇਹਨਾਂ ਦੀ ਆਮਦਨ ਤੇਰੀ ਹੈ, ਬਸ ਹੋਰ ਤੈਨੂੰ ਕੁਛ ਨਹੀਂ ਲੱਭਣਾ। ਠੀਕ ਹੈ। ਤੇ ਵਿਆਹਾਂ ਸ਼ਾਦੀਆਂ ਤੇ ਰੋਟੀ ਪਕਾਉਣ ਵਾਲੇ ਵੀ ਕਮੀ ਗਨੀਜਦੇ ਸੀਗੇ। ਠੀਕ ਹੈ। ਤੇ ਮੰਜੀਆਂ ਠੋਕਣ ਵਾਲੇ ਵੀ ਕਮੀ ਗਨੀਜਦੇ ਸੀਗੇ। ਠੀਕ ਹੈ। ਸੇਵਾ ਕਰਨ ਵਾਲੇ, ਹਜਾਮਤਾਂ ਕਰਨ ਵਾਲੇ ਵੀ ਕਮੀ ਗਨੀਜਦੇ ਸੀਗੇ। ਉਹ ਬੱਚਿਆਂ ਦੀਆਂ ਹਜਾਮਤਾਂ ਕਰਦੇ ਸੀ, ਘਰਾਂ ਦੇ ਕੰਮ ਕਰਦੇ ਸੀ, ਮੰਜੀ ਪੀੜੀ ਦਾ ਕੰਮ ਕਰਦੇ ਸੀ। ਤੇ ਉਹਨਾਂ ਨੂੰ ਬਕਾਇਦਾ ਮਹੀਨੇ ਬਾਅਦ ਕਣਕ 'ਚੋਂ ਸਾਲ ਬਾਅਦ ਕਣਕ 'ਚੋਂ ਹਿੱਸਾ ਮਿਲਦਾ ਸੀ। ਬਿਲਕੁਲ ਸਹੀ। ਵੀ ਆਹ ਤੁਹਾਡੀ ਵੰਡ ਹੈ, ਵੀ ਇਹ ਲੈ ਜਾਓ। ਪੈਸੇ ਕੋਈ ਨਹੀਂ ਸੀ ਮਿਲਦੇ, ਕਣਕ ਹੀ ਮਿਲਦੀ ਸੀ। ਉਹ ਕਣਕ ਇਕੱਠੀ ਕਰਕੇ ਵੇਚ ਕੇ ਆਪਣੇ ਘਰ ਦੀ ਜ਼ਰੂਰਤ ਪੂਰੀ ਕਰਦੇ ਸੀ ਤੇ ਕਣਕ ਦੀ ਵੀ ਲੋੜ ਪੂਰੀ ਕਰ ਲੈਂਦੇ ਸੀ। ਤੇ ਸਰ ਇਹਨਾਂ ਨੂੰ ਕਮੀਨ ਦਾ ਲਫ਼ਜ਼ ਕਿਉਂ ਕਹਿੰਦੇ ਸੀ? ਮਤਲਬ ਕਮੀ ਤੇ ਚਲੋ ਸਮਝ ਆਉਂਦੀ ਕਿ ਯਾਰ ਕੰਮ ਕਰਨ ਵਾਲਾ ਹੋ ਗਿਆ, ਲੇਕਿਨ ਕਮੀਨ ਦਾ ਲਫ਼ਜ਼ ਇਹਨਾਂ ਦੇ ਨਾਲ ਕਿਉਂ ਇਸਤੇਮਾਲ ਕਰਦੇ? ਇਹ ਸਾਡੇ ਮਗਰੂਰੀ ਨੇ, ਸਾਡੇ ਤਕੱਬਰ ਨੇ ਇਹਨਾਂ ਨੂੰ ਕਮੀਨ ਵਾਲੇ ਪਾਸੇ ਲਿਆਂਦਾ। ਕਿਉਂਕਿ ਅਸੀਂ ਉਹਨਾਂ ਨੂੰ ਉਹੇ ਕਰਕੇ ਬੁਲਾਉਣਾ, ਉਹਦੇ ਤੋਂ ਥੱਲੇ ਅਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਗਾ। ਤੇ ਉਹਨਾਂ ਨੇ ਇੱਕ ਆਪਣੀ ਆਦਤ ਬਣਾ ਲਈ ਹੈ ਵੀ ਭੁੰਜੇ ਬਹਿਣਾ। ਜਿਵੇਂ ਹੈ ਨਾ ਕਿ ਸਰਦਾਰਾਂ ਦੇ ਡੇਰੇ ਦੇ ਵਿੱਚ ਇੱਕੋ ਹੀ ਕੁਰਸੀ, ਉਹ ਵੀ ਸਿਰਫ ਵਡੇਰੇ ਲਈ, ਨਾ ਤੇਰੇ ਲਈ ਨਾ ਮੇਰੇ ਲਈ। ਤੇ ਜਦੋਂ ਲੋਕਾਂ ਨੇ ਭੁੰਜੇ ਬਹਿਣਾ ਵਾ ਤੇ ਵਡੇਰੇ ਨੇ ਫਿਰ ਉਹਨੂੰ ਹਕਾਰਤ ਦੀ ਨਜ਼ਰ ਨਾਲ ਹੀ ਵੇਖਣਾ ਤੇ ਉਹੀ ਕਰਕੇ ਬੁਲਾਉਣਾ। ਇਹ ਅਸੀਂ ਆਪਣੀ ਇੱਜ਼ਤ ਆਪ ਨਹੀਂ ਕਰਾ ਸਕਦੇ। ਅਸੀਂ ਇਹ ਤਾਂ ਵੇਖ ਲਈਏ ਕਮ ਸੇ ਕਮ ਵੀ ਜਿਹੜਾ ਸਾਡਾ ਕੰਮ ਹੀ ਹੈ ਜਾਂ ਸੇਵਾ ਕਰਨ ਵਾਲਾ ਵਾ ਜਾਂ ਮੰਡੀਆਂ ਪੀੜੀਆਂ ਦੇ ਕੋਈ ਮੁਰੰਮਤ ਕਰਨ ਵਾਲਾ ਵਾ, ਉਹਦੇ ਚਿੱਟੇ ਵਾਲ ਆ ਗਏ ਆ, ਅਸੀਂ ਉਹਨੂੰ ਬਾਬਾ ਕਹਿ ਕੇ ਸੱਦ ਲਈਏ, ਬਜ਼ੁਰਗ ਕਹਿ ਲਈਏ। ਸਾਡਾ ਤਕੱਬਰ ਨਹੀਂ ਸਾਨੂੰ ਇਜਾਜ਼ਤ ਦਿੰਦਾ ਇਸ ਗੱਲ ਦੀ ਵੀ ਅਸੀਂ ਉਹਨੂੰ ਇਨਸਾਨਾਂ ਤਰ੍ਹਾਂ ਬੁਲਾਈਏ। ਸਹੀ। ਜਾਂ ਇਨਸਾਨ ਸਮਝੀਏ। ਅੱਛਾ ਸਰ ਜੀ, ਜਿਹੜੇ ਪੁਰਾਣਾ ਦੌਰ ਸੀਗਾ, ਸਾਨੂੰ ਕਿਹਾ ਜਾਂਦਾ ਕਿ ਯਾਰ ਉਹਦੇ 'ਚ ਮੁਹੱਬਤ ਬਹੁਤ ਜ਼ਿਆਦਾ ਸੀ, ਇੱਕ ਦੂਸਰੇ ਨਾਲ ਭਾਈਚਾਰਾ ਸੀ, ਖਲੂਸ ਸੀਗਾ, ਇੱਕ ਦੂਸਰੇ ਦੀ ਇੱਜ਼ਤ ਸੀ, ਸਾਰਾ ਕੁਝ ਸੀ। ਲੇਕਿਨ ਤੁਸੀਂ ਜਿਹੜੀ ਗੱਲ ਕਰ ਰਹੇ ਜਿਹੜੇ ਪੈਰਾਮੀਟਰ ਦੇ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਦੌਰ ਦੇ ਅੰਦਰ ਜਦੋਂ ਟੈਕਨੋਲੋਜੀ ਆਈ ਹੈ, ਜਦੋਂ ਪੈਸਾ ਆਇਆ, ਸਾਰਿਆਂ ਕੋਲ ਪੈਸਾ ਆ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੀ ਇੱਕ ਦੂਸਰੇ ਦੇ ਨਾਲ ਰਿਸਪੈਕਟ ਵੱਧ ਗਈ ਹੈ? ਮੇਰਾ ਖਿਆਲ ਹੈ ਕਿ ਤੁਸੀਂ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਕਰੀਬ ਹੋ ਕੇ ਇਸ ਗੱਲ ਨੂੰ ਜਾਣਦੇ ਹੋ ਕਿ ਪਿੰਡ ਵਿੱਚ ਜਦੋਂ ਕਿਸੇ ਦੀ ਬੇਟੀ ਦੀ ਸ਼ਾਦੀ ਹੁੰਦੀ ਸੀ ਨਾ ਤੇ ਕੋਈ ਬੰਦਾ ਦੁੱਧ ਸੇਲ ਨਹੀਂ ਸੀ ਕਰਦਾ ਤੇ ਆਪਣੇ ਘਰੇ ਨਹੀਂ ਸੀ ਪੀਂਦਾ। ਅੱਛਾ। ਮੱਝਾਂ ਚੋਣੀਆਂ ਤੇ ਬਾਲਟੀਆਂ ਭਰ ਭਰ ਕੇ ਉਸ ਘਰ। ਵਾਹ। ਤੇ ਹੁਣ ਤਾਂ ਅਸੀਂ ਕਿਸੇ ਦੀ ਧੀ ਨੂੰ ਆਪਣੀ ਧੀ ਨਹੀਂ ਸਮਝਦੇ, ਕਿਸੇ ਦੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦੇ ਕਿ ਉਹਦੀ ਸ਼ਾਦੀ 'ਤੇ ਅਸੀਂ ਕੀ ਆ ਕੇ ਉਹਨਾਂ ਦੇ ਨਾਲ ਹੱਥ ਵਟਾਵਾਂਗੇ, ਕੀ ਉਹਨਾਂ ਦੀ ਇਮਦਾਦ ਕਰਾਂਗੇ। ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਵਾਂ ਕਿ ਨੰਬਰਦਾਰ ਨੂੰ ਕਿਸੇ ਨੇ ਦੱਸਿਆ ਵੀ ਉਹ ਬਰਾਤ ਮੁੜਨ ਲੱਗੀ ਆ। ਉਸ ਬੰਦੇ ਨੇ ਜ਼ੇਵਰ ਦਾ ਮੁਤਾਲਬਾ ਕਰਤਾ ਧੀ ਦੇ ਬਾਪ ਨੇ। ਸਹੀ। ਉਹ ਜਿਹੜਾ ਵਾਲਿਦ ਸੀ ਲੜਕੇ ਦਾ, ਉਹਨੇ ਕਿਹਾ ਯਾਰ ਤੂੰ ਮੈਨੂੰ ਪਹਿਲਾਂ ਕਹਿੰਦਾ ਵੀ ਮੈਂ 1.5 ਤੋਲਾ ਜ਼ੇਵਰ ਲੈਣਾ ਫਿਰ ਨਿਕਾਹ ਦੇਣਾ। ਹੁਣ ਯਕਦਮ ਮੈਂ ਤੈਨੂੰ ਕਿੱਥੋਂ ਸ਼ਹਿਰ ਜਾਵਾਂ ਤੇ ਸੁਨਿਆਰੇ ਕੋਲ 1.5 ਤੋਲਾ ਜ਼ੇਵਰ ਲਿਆ ਕੇ ਦੇਵਾਂ ਜਾਂ ਮੇਰੇ ਕੋਲ ਹੋ ਸਕਦਾ ਪੈਸੇ ਨਾ ਹੋਣ। ਉਹਨੇ ਕਿਹਾ ਨਹੀਂ ਜੀ, ਜੰਝ ਵਾਪਸ ਜਾਏਗੀ। ਨੰਬਰਦਾਰ ਨੇ ਇਹ ਫੈਸਲਾ ਕੀਤਾ, ਉਹਨੇ ਆਪਣੇ ਕਮੀ ਨੂੰ ਕਿਹਾ ਵੀ 2 ਬੱਕਰੇ ਢਾਹ ਤੇ ਦੇਗਾਂ ਉੱਤੇ ਰੱਖ ਦੇ। ਠੀਕ ਹੈ। ਮੈਂ ਉੱਧਰ ਚੱਲਿਆ। ਸਹੀ ਹੈ। ਉਹਨਾਂ ਨੇ ਜਾ ਕੇ ਕਹਿੰਦਾ ਵੀ ਤੁਹਾਨੂੰ ਇਹਨਾਂ ਨੇ ਖਾਣਾ ਨਹੀਂ ਖਿਲਾਇਆ, ਪਹਿਲੇ ਰੌਲਾ ਪਾ ਲਿਆ, ਤੁਸੀਂ ਮੇਰੇ ਘਰੋਂ ਆ ਕੇ ਖਾਣਾ ਖਾ ਲਓ ਫਿਰ ਵਾਪਸ ਜਾ, ਜੇ ਤੁਹਾਨੂੰ ਵਾਪਸ ਨਹੀਂ ਜਾਣ ਦੇਣਾ। ਠੀਕ ਹੈ। ਉਹਨੂੰ ਆਪਣੇ ਘਰ ਲੈ ਗਿਆ। ਉਹਨਾਂ ਅਗਰ ਰੋਟੀ ਰੱਖ ਕੇ ਨਾ ਜੀ, ਜਦੋਂ ਰੋਟੀ ਖਾ ਹਟੇ ਤੇ ਇੱਕ ਬਜ਼ੁਰਗ ਨੂੰ, ਇੱਕ ਮਾਈ ਨੂੰ ਇਸ਼ਾਰਾ ਕਰਕੇ ਬੁਲਾਇਆ, ਬੁਲਾ ਕੇ ਅੰਦਰ ਲੈ ਗਿਆ। ਜਾ ਕੇ ਕਹਿੰਦਾ ਮੇਰੀਆਂ 2 ਬੇਟੀਆਂ ਬੈਠੀਆਂ, ਜਿਹਦੇ 'ਤੇ ਹੱਥ ਰੱਖੋ ਲੈ ਜਾਓ। ਉਹਨਾਂ ਕਿਹਾ ਯਾਰ ਤੂੰ ਐਡੀ ਕੁਰਬਾਨੀ ਦੇਣ ਲੱਗਾ ਵੀ ਅਸੀਂ ਕਾਹਤੋਂ ਹੱਥ ਰੱਖਣਾ, ਜਿਹੜੀ ਤੇਰੀ ਸੋਚ ਹੈ ਤੂੰ ਉਹਨੂੰ ਸਾਡੇ ਨਾਲ ਤੋੜ ਦੇ, ਸਾਡੀ ਧੀ ਆ ਉਹ। ਸਹੀ ਹੈ। ਉਦੋਂ ਪਿੰਡਾਂ 'ਚ ਇੰਨਾ ਭਾਈਚਾਰਾ ਹੁੰਦਾ ਸੀਗਾ ਕਿ ਲੋਕ ਧੀਆਂ ਆਪਣੀਆਂ ਦੇ ਦਿੰਦੇ ਸੀ ਆਪਣੇ ਪਿੰਡ ਦੀ ਇੱਜ਼ਤ ਰੱਖਣ ਵਾਸਤੇ, ਵੀ ਕੋਈ ਇਹ ਨਾ ਕਹੇ ਯਾਰ ਉਹ ਫਲਾਣੇ ਨੰਬਰਦਾਰ ਦੇ ਪਿੰਡ 'ਚੋਂ ਜੰਝ ਮੁੜ ਗਈ ਸੀ। ਹੁਣ ਉਹ ਗੱਲਾਂ ਹੀ ਹੈ ਨਹੀਂ।
ਸਰ ਜੀ ਇੱਕ ਤੁਹਾਨੂੰ ਨਹੀਂ ਲੱਗਦਾ ਕਿ ਇਹ ਹਮੇਸ਼ਾ ਤੋਂ ਜਿਹੜੀਆਂ ਧੀਆਂ ਹੀ ਆ ਉਹੀ ਸਾਡੀ ਕੀ ਕਹਿੰਦੇ ਹੁੰਦੇ ਇੱਜ਼ਤ ਤੋਂ ਆਬਰੂ ਦੀਆਂ ਰਖਵਾਲੀਆਂ ਰਹੀਆਂ, ਅਸੀਂ ਹਮੇਸ਼ਾ ਧੀਆਂ ਨੂੰ ਹੀ ਕੋਸ਼ਿਸ਼ ਕਰਦੇ ਰਹੇ ਹਾਂ ਕਿ ਜਿੱਥੇ ਵੀ ਸਾਨੂੰ ਇੱਜ਼ਤ ਬਚਾਉਣੀ ਪਈ ਸੀ ਉਹਨਾਂ ਨੂੰ ਡਾਹ ਦਿੰਦੇ ਰਹੇ ਹਾਂ, ਇਹ ਤੁਹਾਨੂੰ ਨਹੀਂ ਲੱਗਦਾ? ਗੱਲ ਹੈ ਜੀ ਕਿ ਅਸੀਂ ਹੁਣ ਇੱਜ਼ਤ ਬਚਾਉਣ ਨਾਲੋਂ ਨਾ ਮਾਲ ਬਚਾਉਣ ਦੀ ਟਰਾਈ ਵਿੱਚ ਹਾਂ। ਅਸੀਂ ਇਹ ਅਹਿਸਾਨ ਸਮਝਦੇ ਹਾਂ ਕਿ ਅਸੀਂ ਇਹਨੂੰ ਟੂਮਾਂ ਪਾਤੀਆਂ, ਅਸੀਂ ਇਹਨੂੰ ਦਾਜ ਦੇ ਦਿੱਤਾ, ਹੁਣ ਜੇ ਮੇਰੇ 8 ਰੁਪਈਆ ਤਾਂ ਮੈਂ ਇਹਨੂੰ ਕੁਛ ਨਹੀਂ ਦੇਣਾ, ਮੁੰਡਿਆਂ ਨੂੰ ਹੀ ਦੇਣਾ। ਹਾਂਜੀ, ਇਹ ਵੀ ਇੱਕ ਵਜ੍ਹਾ, ਇਹ ਵੀ ਅਗਲੇ ਜਹਾਨ ਜਾ ਕੇ ਉਸ ਬੰਦੇ ਦੀ ਜਦੋਂ ਧੌਣ ਭਣੀਜੇਗੀ ਫਿਰ ਉਹਨੂੰ ਪਤਾ ਲੱਗੇਗਾ ਕਿ ਮੈਂ ਕੀ ਕਰ ਬੈਠਾ ਹੋਇਆ। ਬਿਲਕੁਲ ਸ਼ਰੀਅਤ ਕਹਿੰਦੀ ਹੈ ਕਿ ਬੇਟੀ ਦਾ ਹਿੱਸਾ ਉਹਦੇ ਹੱਥ ਤੇ ਰੱਖੋ, ਉਹ ਆਪਣੇ ਭਰਾਵਾਂ ਨੂੰ ਵਾਪਸ ਕਰ ਦੇਵੇ ਤੇ ਉਹ ਹੋਰ ਗੱਲ ਆ। ਲੇਕਿਨ ਸਰ ਮਿੰਨਤਾਂ ਤਰਲੇ ਵੀ ਤਾਂ ਕਰਦੇ ਨਾ, ਤੂੰ ਧੀ ਤੂੰ ਭੈਣ ਹੈਗੀ ਆ, ਤੇਰੇ ਵਿਆਹ ਦੇ ਅਸੀਂ ਪੈਸੇ ਲਾਏ, ਤੈਨੂੰ ਟੂਮਾਂ ਪਾਈਆਂ, ਤੇਰਾ ਅਸੀਂ ਇਹ ਕੀਤਾ, ਤੇਰੇ ਅਸੀਂ ਉਹ ਕੀਤਾ, ਲੇਕਿਨ ਸ਼ਰੀਅਤ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਬਿਲਕੁਲ ਆਪ ਸਰਕਾਰ ਸੱਲੱਲਾਹੁ ਅਲੈहि ਵਸੱਲਮ ਨੇ ਬੜਾ ਸਖਤੀ ਨਾਲ ਮਤਲਬ ਇਹ ਫਰਮਾਇਆ ਕਿ ਜਿਹੜਾ ਧੀਆਂ ਦਾ ਹਿੱਸਾ ਧੀਆਂ ਨੂੰ ਦਿਓ, ਉਹ ਆਪਣੀ ਹੱਥੀਂ ਤੁਹਾਨੂੰ ਅਗਰ ਵਾਪਸ ਕਰਦੀਆਂ ਤੇ ਕਰ ਪਹਿਲੇ ਦਿਓ ਤੇ ਫਿਰ ਉਹਨਾਂ ਦੇ ਨਾਂ ਲਾਓ ਤੇ ਫਿਰ ਉਹ ਵਾਪਸ ਉਹ ਅਗਰ ਵਾਪਸ ਕਰਨਾ ਚਾਹੁੰਦੀਆਂ ਤੇ ਫਿਰ ਕਰਨ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੇਰੇ ਤੇ ਮੈਂ ਪੈਸੇ ਲਾਏ ਸੀ ਜਾਂ ਮੈਂ ਰੱਖ ਲਿਆ, ਇਹ ਅਗਲੇ ਜਾਣ ਜਾ ਕੇ ਬਹੁਤ ਪਕੜ ਹੋਣੀ ਹੈ, ਇਹਨੂੰ ਹਕੂਕ ਲਿਬਾਦ ਕਹਿੰਦੇ ਨੇ। ਬਿਲਕੁਲ। ਅੱਛਾ ਸਰ, ਪੁਰਾਣੇ ਜ਼ਮਾਨੇ 'ਚ ਵਿਆਹਾਂ ਸ਼ਾਦੀਆਂ ਦੇ ਉੱਤੇ ਇੱਕ ਹੁਣ ਵੀ ਖੈਰ ਹੈ ਰਿਵਾਜ, ਹੁਣ ਤਾਂ ਲਿਫਾਫਾ ਦੇ ਦੇਈਦਾ ਨਾ, ਉਦੋਂ ਨੀਂਦਾ ਪੈਂਦਾ ਹੁੰਦਾ ਸੀ ਜਾਂ ਉਹ ਫਿਰ ਉਹ ਬਕਾਇਦਾ ਇੱਕ ਬੰਦਾ ਬੈਠਾ ਹੁੰਦਾ ਸੀ ਲਿਖਣ ਲਈ, ਠੀਕ ਹੈ, ਤੇ ਦੂਸਰੇ ਨੇ ਜਾਣਾ ਵਾ ਤੇ ਉਹਨੇ ਉੱਤੇ ਰੱਖ ਕੇ 1 ਰੁਪਿਆ ਦੇਣਾ ਜਾਂ ਜੋ ਵੀ ਉਹਨਾਂ ਦਾ ਹਿਸਾਬ ਹੁੰਦਾ ਸੀ। ਤੇ ਉਹ ਕੀ ਥੋੜਾ ਉਹਦਾ ਵੀ ਸਾਨੂੰ ਦੱਸੋ। ਉਹ ਮੈਂ ਤੁਹਾਨੂੰ ਦੱਸਦਾ ਹੀ ਕਿ ਕਾਪੀਆਂ ਵੀ ਰੱਖੀਆਂ ਹੁੰਦੀਆਂ ਸੀਗੀਆਂ, ਬੰਦੇ ਨੇ ਕਾਪੀ ਖੋਲੀ ਹੋਈ ਸੀਗੀ, ਬੰਦੇ ਨੇ ਜਾ ਕੇ ਨਿਉਂਦਰਾ ਪਾਇਆ 100 ਰੁਪਈਆ। ਅੱਛਾ। ਉਹਨੇ ਕਿਹਾ ਮੈਂ ਜਾਂ ਇੱਥੇ ਮੈਨੂੰ ਲਿਖਾ ਦੇ ਵੀ 100 ਰੁਪਏ ਮੇਰਾ ਨਿਉਂਦਰਾ ਤੇ ਆਂਦਾ, ਮੇਰਾ ਲੈਣ ਦੇਣ ਕੋਈ ਨਹੀਂ, ਠੀਕ ਹੈ, ਜਾਂ 121 ਪਾ, ਗੱਲ ਕਰ ਕੀ ਕਰਨਾ। ਅੱਛਾ। ਲਿਖਣ ਵਾਲੇ ਨੇ ਕਿਹਾ ਵੀ 100 ਤੇ ਇਹਨਾਂ ਦਾ ਤੇਰੇ ਵੱਲ ਗਿਆ ਹੋਇਆ, ਜਾਂ ਤੇ ਇੱਥੇ ਲਿਖਾ ਦੇ ਵੀ ਆਂਦਾ ਆਪਣਾ ਲੈਣ ਦੇਣ ਖਤਮ, ਠੀਕ ਹੈ, ਜਾਂ 21 ਹੋਰ ਪਾ। ਉਦੋਂ ਸਾਡੀ ਰਕਮ 21 ਦੇ ਹਿਸਾਬ ਨਾਲ 20 ਦੇ ਹਿਸਾਬ ਨਾਲ ਗਿਣੀ ਦੀ ਸੀ, 1 20 2 20 3 20 5 20, ਹਾਂਜੀ 20 ਤੱਕ ਗਿਣਤੀ, 6 20 ਤੱਕ ਗਿਣਤੀ ਸੀ, ਕਿਉਂਕਿ ਉਦੋਂ ਸਾਡੇ ਕੋਲ ਜਿਸ ਬੰਦੇ ਕੋਲ ਹੈ ਨਾ ਜੀ 50 ਕੋਹਾਂ ਤਾਂ ਇਹ 5000 ਰੁਪਇਆ ਹੁੰਦਾ ਸੀ ਨਾ ਜੀ, ਤੇ ਉਹਨੂੰ 5000 ਹੀ ਆ ਕਹਿ ਕੇ ਲੋਕ ਯਾਦ ਰੱਖਦੇ ਸੀ, ਯਾਰ ਫਲਾਣੇ ਬੰਦੇ ਜਿੱਦਾਂ ਅੱਜ ਕਰੋੜਪਤੀ ਅਰਬਪਤੀ, ਹੁਣ ਤਾਂ ਕਰੋੜ ਦੇ ਵੀ ਨਹੀਂ, ਕਰੋੜ ਵੀ ਨਹੀਂ ਗਿਣਦੇ ਜੀ, ਹੁਣ ਤੇ ਅਰਬਪਤੀ ਵਾਲੀ ਗੱਲ ਹੈ ਨਾ ਜੀ। ਤੇ ਉਦੋਂ 5000 ਜਿਹੜਾ ਨਾ ਜੀ, ਉਦੋਂ ਬੰਦੇ ਨੂੰ ਬਹੁਤ ਇੱਜ਼ਤਦਾਰ ਬੰਦਾ ਸਮਝਦਾ ਸੀ ਵੀ ਯਾਰ ਬੜੀ ਗੱਲ ਵਾਲਾ ਬੰਦਾ, ਇਹਦੇ ਕੋਲ 5000 ਰੁਪਈਆ ਵਾ। ਤੇ ਮੈਂ ਤਾਂ ਕੱਲ੍ਹ ਦੀਆਂ ਗੱਲਾਂ ਤੁਹਾਨੂੰ ਦੱਸਦਾ ਵਾਂ ਕਿ ਅੱਜ ਤੋਂ 40 ਵਰ੍ਹੇ ਪਹਿਲਾਂ ਜਿਸ ਬੰਦੇ ਦੇ ਘਰ 'ਚ ਨਾ ਬਾਈਸਾਈਕਲ ਹੁੰਦੀ ਸੀ ਨਾ ਜੀ, ਹਾਂਜੀ, ਉਹਨੂੰ ਸੌਖਾ ਸਮਝਦਾ ਸੀ ਵੀ ਯਾਰ ਇਹਦੇ ਘਰ ਸਾਈਕਲ ਹੈ, ਸੌਖਾ ਮਾਸ਼ਾਅੱਲਾ। ਤੇ ਹੁਣ ਤਾਂ ਜਿਹਦੇ ਘਰ 3 ਮੋਟਰਸਾਈਕਲਾਂ ਖੜੀਆਂ ਉਹਨੂੰ ਵੀ ਕਹਿੰਦੇ ਥੱਕਿਆ ਹੋਇਆ ਵਾ। ਸਰ ਗੱਡੀਆਂ ਦੀ ਵੀ ਸਰ ਕੋਈ ਔਕਾਤ ਨਹੀਂ ਹੈਗੀ, ਉਹ ਤਾਂ ਮੈਂ ਹੈਰਾਨ ਕਿਸੇ ਕੋ ਰੱਖੀ। ਹੁਣ ਤਾਂ ਗੱਡੀਆਂ ਦੀ ਕੋਈ ਕੀਮਤ ਵੀ 1 ਕਰੋੜ ਵਾਲੀ ਆ ਕਿ 1.5 ਕਰੋੜ ਵਾਲੀ ਆ, ਵੀ ਗਿਣਨ ਲੱਗ ਪੈਂਦੇ ਵੀ ਕਿੰਨੇ ਵਾਲੀ ਹੈ, ਉਸ ਹਿਸਾਬ ਨਾਲ ਉਹਦਾ ਨਾਲ ਹੱਥ ਮਿਲਾਉਂਦੇ। ਬਿਲਕੁਲ ਸਹੀ ਹੋ ਗਿਆ। ਅੱਛਾ ਸਰ, ਜਿਹੜਾ ਇੱਕ ਆਪਾਂ ਪੈਸੇ ਦੀ ਗੱਲ ਕੀਤੀ ਹੈ, ਮਤਲਬ ਉਦੋਂ ਜਿਹੜਾ ਨਿਜ਼ਾਮੇ ਜ਼ਿੰਦਗੀ ਸੀਗਾ ਉਹ ਕਿਵੇਂ ਚੱਲਦਾ ਸੀਗਾ ਜਦ ਪੈਸਾ ਨਹੀਂ ਹੈ ਸੀ, ਤੇ ਲੋਕ ਕਿਵੇਂ ਜ਼ਿੰਦਗੀ ਚਲਾ ਰਹੇ ਸਨ? ਅਜਨ ਗੁਜ਼ਾਰਿਸ਼ ਇਹ ਵੇ ਕਿ 1900 ਤਕਰੀਬਨ 60 ਵਿੱਚ ਬੂਰੇ ਵਾਲੋਂ ਬਰਾਤ ਵਾਸਤੇ ਬੱਸ ਕਰਾ ਕੇ ਲਿਆਂਦੀ 550 ਰੁਪਏ 'ਚ। 550 1960 'ਚ? ਹਾਂਜੀ। ਅੱਛਾ। 550 'ਚ ਪੂਰੀ ਬੱਸ ਆਉਣ ਜਾਣ ਦੇ। ਸਹੀ। ਤੇ ਹੁਣ 1650 ਰੁਪਏ ਇੱਕ ਸਵਾਰੀ ਦਾ ਕਿਰਾਇਆ ਹੈ। ਸਹੀ ਹੈ। ਜਿਹੜੀ ਨਾ ਦੌਲਤ ਦੀ ਰੇਲ ਪੇਲ ਹੋਈ ਹੈ ਨਾ ਜੀ, ਇਹਨੇ ਸਾਡਾ ਨਿਜ਼ਾਮ ਹੀ ਸਾਰਾ ਤਬਦੀਲ ਕਰਤਾ। ਸਰ ਸੋਨਾ ਕੀ ਰੇਟ ਸੀਗਾ, ਕੋਈ ਸੋਨੇ ਦੇ ਬਾਰੇ 'ਚ? ਸੋਨਾ 200 ਰੁਪਏ ਤੇ ਮੈਂ ਖਰੀਦਿਆ ਜੀ, ਉਦੋਂ 12 ਰੁਪਈਏ ਮਣ ਕਣਕ ਹੁੰਦੀ ਸੀ ਜੀ। 200 ਰੁਪਏ ਸੋਨਾ ਸੀ ਤੇ 400 ਦੀ ਗੁਜ਼ਾਰੇ ਵਾਲੀ ਮੱਝ ਲੱਭ ਜਾਂਦੀ ਸੀ। ਸਹੀ। ਹੁਣ ਕੋਈ ਬੰਦਾ ਅਗਰ ਕਿਸੇ ਬੰਦੇ ਨੂੰ ਦੱਸੇ ਮੈਂ 400 ਦੀ ਜਾਂ 300 ਦੀ ਮੱਝ ਲਈ ਸੀ ਜਾਂ 200 ਰੁਪਏ ਨੂੰ ਸੋਨਾ ਲਿਆ ਸੀ, ਜਿੱਥੇ ਮੈਂ ਇਸ ਵੇਲੇ ਰਹਿਣਾ ਇਹ ਜਗ੍ਹਾ 200 ਰੁਪਏ ਨੂੰ ਮਰਲਾ ਲਈ ਸੀ 1968 'ਚ। ਅੱਛਾ। ਤੇ ਹੁਣ ਉੱਥੇ ਨਾ ਜੀ ਜਿਹੜਾ 40 45 50 ਬਲਕਿ 15 20 ਲੱਖ ਦੀ ਗੱਲ ਕਰਦੇ ਆ, ਉਹ 200 ਵਾਲੀ ਗੱਲ ਹੀ ਮੁੱਕ ਗਈ, ਹੁਣ 20 ਲੱਖ ਤੋਂ ਉੱਤੇ ਦੀ ਗੱਲ ਹੈ। ਸਹੀ। ਹੁਣ 200 ਜਿਹੜਾ ਨਾ ਜੀ 20 ਲੱਖ ਬਣ ਗਿਆ। ਇੰਨਾ ਫਰਕ ਮਤਲਬ ਉਸ ਸਿੱਕੇ ਦਾ ਤੇ ਸਿੱਕੇ ਦਾ ਹੋ ਗਿਆ ਵਾ ਕਿ ਹੁਣ 40 45 ਲੱਖ ਨੂੰ ਇੱਕ ਮਰਲਾ, ਔਰ ਕਈਆਂ ਜਗ੍ਹਾ 'ਤੇ ਜਿੱਥੇ ਕੋਈ ਦੁਕਾਨ ਬਣ ਸਕਦੀ ਉਹ ਕਰੋੜ ਰੁਪਏ ਦਾ ਮਰਲਾ। ਬਿਲਕੁਲ ਸਹੀ। ਉਹ ਗੱਲਾਂ ਹੀ ਮੁੱਕ ਗਈਆਂ ਜੀ। ਉਹ ਉਦੋਂ ਤੇ ਅਸੀਂ ਇਹਨਾਂ ਦੁਕਾਨ ਤੇ ਜਾਣਾ ਤੇ ਇੱਕ ਆਨੇ ਦਾ ਦੁੱਧ ਲਿਆਣਾ। ਸਾਡੇ ਵਾਲਦ ਸਾਹਿਬ ਨੇ। ਅੱਛਾ, ਉਦੋਂ ਵੀ ਦੁੱਧ ਵਿਕਦਾ ਸੀਗਾ? ਮੈਂ ਦੁੱਧ ਵਿਕਦਾ, ਦੁਕਾਨਾਂ ਹੁੰਦੀਆਂ ਸੀ
ਹਾਂ ਲੋਕੀ ਪਿੰਡਾਂ 'ਚ ਜਾ ਕੇ ਦੂਰ ਦਰਾਜ਼ ਤੋਂ ਦੁੱਧ ਲੈ ਕੇ ਆਉਂਦਾ ਸੀ, ਜਿਹਨਾਂ ਕੋਲ ਡੰਗਰ ਬਹੁਤ ਹੀ ਹੁੰਦੇ ਸੀ, ਅੱਛਾ ਉਹ ਵੇਚਦੇ ਸੀਗੇ ਹੂੰ ਜਾਂ ਘਿਓ ਕੱਢ ਕੇ ਵੇਚਦੇ ਸੀਗੇ, ਦੁੱਧ ਵੇਚਦੇ ਸੀ। ਹੂੰ ਉਦੋਂ 1 ਆਨੇ ਦਾ ਕਿਲੋ ਦੁੱਧ ਮਿਲਦਾ ਸੀ। ਹੂੰ ਸਾਡੇ ਵਾਲਦ ਸਾਹਿਬ ਮਰਹੂਮ ਅੱਲਾ ਗਰੀਕੇ ਰਹਿਮਤ ਕਰੇ 2.5 ਰੁਪਏ ਕਿਲੋ ਦੇ ਹਿਸਾਬ ਨਾਲ 1.5 ਵਾ ਗੋਸ਼ਤ ਲਿਆਉਂਦੇ ਸੀਗੇ। ਅੱਛਾ ਉਦੋਂ ਕਸਾਈ ਪਹਿਲਾਂ ਸਾਫ਼ ਕਰਦਾ ਸੀਗਾ, ਫਿਰ ਵੇਚਦਾ ਸੀ। ਹੂੰ ਹੁਣ ਤਾਂ ਤੋਲਣ ਤੋਂ ਬਾਅਦ ਸਾਫ਼ ਕਰਦੇ ਆ ਨਾ ਜੀ, ਸਹੀ ਉਦੋਂ ਪਹਿਲਾਂ ਸਾਫ਼ ਕਰਦੇ ਸੀ। ਹੂੰ ਤਾਂ ਮੇਰਾ ਖਿਆਲ ਹੈ ਵੀ ਉਹ ਰੁਪਈਏ 1 ਦਾ ਮਿਲਦਾ ਸੀਗਾ, ਅਤੇ ਅਸੀਂ 8 ਜੀ ਘਰ ਦੇ ਬੜੇ ਆਰਾਮ ਨਾਲ ਬੜੇ ਨਿਸ਼ਾ ਨਾਲ ਖਾਂਦੇ ਸੀ ਬਹਿ ਕੇ, ਬੜੀ ਬਰਕਤ ਹੁੰਦੀ ਸੀ। ਮੈਂ ਸੁਣਿਆ ਸਰ ਉਹ ਲੱਸੀ ਲੈਣ ਜਾਈਦਾ ਹੁੰਦਾ ਸੀਗਾ ਤੇ ਨਾਲ ਨਾਲ ਪੇੜਾ ਮੱਖਣ ਵੀ ਦਾ ਪਾ- ਪੇੜਾ ਵੀ ਰੱਖ ਦਿੰਦੀ ਸੀ ਬੁੜੀਆਂ, ਵੀ ਇਹ ਘਰੋਂ ਚੱਲ ਕੇ ਲੱਸੀ ਲੈਣ ਆਏ, ਨਾਲ ਥੋੜ੍ਹਾ ਜਿਹਾ ਮੱਖਣ ਵੀ ਰੱਖ ਦਿਓ। ਤੇ ਆਹ ਹੋਟਲਾਂ ਦਾ ਕਨਸੈਪਟ ਤਾਂ ਮੈਂ ਸੁਣਿਆ ਹੁੰਦਾ ਨਹੀਂ ਸੀਗਾ। ਉਹ ਜਨਾਬ ਜਿਹਦੇ ਘਰ ਸਾਲਨ ਪੱਕਿਆ ਉਹਨੇ ਜਨਾਬ ਦੂਸਰਿਆਂ ਦੇ ਘਰ ਸਰ ਗੁਜ਼ਾਰਿਸ਼ ਦੇ ਹੈ ਦੇਣਾ, ਕਿ ਜਾਂ ਨਹੀਂ ਹੋਇਆ ਮਤਲਬ ਪੱਕਿਆ ਤੇ ਜਾਂ ਯਾਰ ਆਪਣੀ ਨਾਲ ਦੀ ਖਾਲਾ ਕੋਲ ਲਿਆ। ਸਾਨੂੰ ਸ਼ਰੀਅਤ ਇਹ ਗੱਲ ਆਂਦੀ ਹੈ ਜੀ ਕਿ ਜੇ ਤੁਹਾਡੇ ਘਰੋਂ ਹਾਂਡੀ ਪੱਕਣ ਦੇ ਦੌਰਾਨ ਕਿਸੇ ਦੇ ਘਰ ਖੁਸ਼ਬੂ ਗਈ ਹੈ ਨਾ ਸਾਲਨ ਦੀ, ਤੇ ਸਾਲਨ ਵੀ ਜਾਣਾ ਚਾਹੀਦਾ। ਅਸੀਂ ਉਸ ਗੱਲ 'ਤੇ ਅਮਲ ਹੀ ਨਹੀਂ ਕਰਦੇ। ਉਹ ਦੌਰ ਸੀ ਜੀ 8 ਆਨੇ ਦਾ, ਅਸੀਂ ਉਹਨੂੰ ਕਹਿੰਦੇ ਸੀ ਸਿੰਗਲ ਸਾਦਾ, ਬੱਕਰੇ ਦਾ ਗੋਸ਼ਤ ਹੁੰਦਾ ਸੀ। 1 ਰੁਪਈਏ ਦੀ ਡਬਲ ਪਲੇਟ, 8 ਆਨੇ ਦੀ 2 ਬੋਟੀਆਂ ਵਾਲੀ ਪਲੇਟ, 1 ਆਨੇ ਦੀ ਰੋਟੀ ਐਡੀ ਵੱਡੀ। ਅੱਛਾ ਹੁਣ ਬੰਦਾ ਕੋਈ ਸੋਚ ਨਹੀਂ ਸਕਦਾ, ਉਦੋਂ ਹੋਟਲਾਂ 'ਤੇ ਇਹ ਨਿਜ਼ਾਮ ਹੁੰਦਾ ਸੀ ਸਰ। ਉਹ ਇੱਕ ਦਾਣੇ ਵੀ ਭੁੰਨਣ ਵਾਲਾ ਕੰਮ ਹੁੰਦਾ ਸੀਗਾ ਜੀ। ਮਾਈਆਂ ਨੇ ਪੱਠੇ ਲਾਏ ਹੁੰਦੇ, ਪੱਠੀਆਂ ਲਾਈਆਂ ਹੁੰਦੀਆਂ ਸੀ, ਚਨੇ ਵੀ ਭੁੰਨਦੀਆਂ ਸੀ, ਮਕਈ ਵੀ ਭੁੰਨਦੀਆਂ ਸੀ, ਹਾਂ ਸਮਝਦੇ ਹੋ। ਅਤੇ ਲੋਕ ਸ਼ਾਮ ਨੂੰ ਆਪਣੀ ਵਾਰੀ ਵਾਸਤੇ ਬੈਠਿਆ ਸੀ, ਭੈਣਾਂ ਮੈਨੂੰ ਭੁੱਲਦੇ, ਮਾਈ ਮੈਨੂੰ ਭੁੱਲਦੇ, ਪੋਪੀ ਮੈਨੂੰ ਭੁੰਨਦੇ। ਉਹ ਵੀ ਇੱਕ ਮਤਲਬ ਸੀ ਦੌਰ। ਫਿਰ ਪੱਠਾਂ 'ਤੇ ਰੋਟੀਆਂ ਲਾਉਂਦੀਆਂ ਹੁੰਦੀਆਂ ਸੀ ਮਾਈਆਂ। ਸਹੀ। ਸਾਡੇ ਬੂਰੇ ਵਾਲੇ ਚੌਕ ਦੇ ਵਿੱਚ ਸ਼ਾਮ ਨੂੰ ਆਵਾਜ਼ਾਂ ਵੱਜਦੀਆਂ ਸੀ, ਆਨੇ ਦੀਆਂ 2 ਰੋਟੀਆਂ, ਦੁਆਨੀ ਦੀਆਂ 5। ਅੱਛਾ ਹੁਣ ਦੁਆਨੀ ਦਾ ਕੋਈ ਤਸੱਵਰ ਹੈਗਾ ਤੇ ਮੈਨੂੰ ਦੱਸ ਦਿਓ। ਨਹੀਂ, ਉਹ ਤਾਂ ਦਵਾਨੀ ਤਾਂ ਕਿਸੇ ਨੂੰ ਮਤਲਬ ਅੱਜ ਦੀ ਜਨਰੇਸ਼ਨ ਨੂੰ ਤਾਂ ਦਵਾਨੀ ਦਾ ਕਨਸੈਪਟ ਵੀ ਨਹੀਂ ਨਾ ਪਤਾ ਹੋਣਾ ਕੀ ਹੋਣਾ ਕੀ ਨਹੀਂ ਹੈ। ਤੇ ਸਰ ਜਿਹੜਾ ਕੀ ਕਹਿੰਦੇ ਹੁੰਦੇ ਆ ਤੰਦੂਰ ਵੀ ਮੇਰਾ ਖਿਆਲ ਉਹ ਇਕੱਠੇ ਹੀ ਮਤਲਬ ਹੁੰਦਾ ਸੀਗਾ ਕਿ ਇੱਕ ਜਗ੍ਹਾ ਤੇ ਤੰਦੂਰ ਪਖਾਉਂਦੇ ਸੀ ਤੇ ਸਾਰੇ ਮਹੱਲੇ ਵਾਲੇ ਉਹ 'ਚ ਰੋਟੀਆਂ ਲਾ ਲੈਂਦੇ। ਜੀ ਜੀ, ਐਵੇਂ ਗੱਲ ਹੈ। ਜਿਹੜਾ ਬੰਦਾ ਮਾੜਾ ਜਿਹਾ ਸਰਦਾ ਸੀ ਨਾ ਜੀ, ਹਾਂ ਉਹਨੇ ਪਾਥੀਆਂ ਪੂਥੀਆਂ ਦੇ ਤੰਦੂਰ ਪਖਾਉਂਦੇ ਸੀਗੇ। ਹਾਂ ਤੇ ਜਿਹੜਾ ਆਇਆ ਆਪਣਾ ਘਰੋਂ ਆਟਾ ਲਾਇਆ, ਰੋਟੀਆਂ ਲਾਈਆਂ ਲੈ ਕੇ ਗਿਆ, ਰੋਟੀਆਂ ਲਾਈਆਂ ਲੈ ਕੇ ਗਿਆ। ਕੋਈ ਲਵਾਈ ਕੋਈ ਲੈਣਾ ਦੇਣਾ ਕੋਈ ਚੀਜ਼ ਨਹੀਂ ਸੀ। ਭਾਈਚਾਰਾ ਸੀ, ਇਹਨੂੰ ਭਾਈਚਾਰਾ ਕਹਿੰਦੇ ਸੀ। ਬੁੜੀਆਂ ਸ਼ਾਮ ਨੂੰ ਇਕੱਠੀਆਂ ਹੋ ਕੇ ਬਹਿੰਦੀਆਂ ਸੀ, ਬੰਦੇ ਚੌਂਤਿਆਂ 'ਤੇ ਬਹਿੰਦੇ ਸੀ, ਹੁੱਕਾ ਪਖਾਇਆ ਹੁੰਦਾ ਸੀ ਘਰੋਂ। ਮੋਬਾਈਲ ਨਹੀਂ ਨਾ ਸੀਗੇ, ਮੋਬਾਈਲ ਨਹੀਂ ਸੀ ਹੈਗਾ। ਤੇ ਉਹਨਾਂ ਨੇ ਟਾਈਮ ਇਸ ਤਰ੍ਹਾਂ ਕਿਲ ਕਰਦੇ ਉਹਨਾਂ ਨੇ ਟਾਈਮ ਗੁਜ਼ਾਰਨਾ, ਔਰ ਕਿਸੇ ਨੇ ਕੋਈ ਕਹਾਣੀ ਸੁਣਾਉਣੀ, ਕਿਸੇ ਨੇ ਕੋਈ ਕਿੱਸਾ ਸੁਣਾਉਣਾ, ਕਿਸੇ ਨੇ ਹੀਰ ਸੁਣਾਉਣ ਲੱਗ ਪੈਣਾ, ਕਿਸੇ ਨੇ ਕੋਈ ਸ਼ਾਇਦ ਸੁਣਾਉਣ ਲੱਗ ਪੈਣੀ। ਇਸ ਤਰ੍ਹਾਂ ਉਹ ਆਪਣਾ ਵੇਲਾ ਪਾਸ ਕਰਦੇ ਸੀਗੇ, ਕਿਉਂਕਿ ਉਹਨਾਂ ਨੇ ਪਹਿਲੀ ਜਿਹਦੇ ਕੋਲ 10 ਕਿੱਲੇ ਆ ਨਾ ਜੀ, ਉਹਨੇ 5 ਕਿੱਲੇ ਵਾਹ ਕੇ ਸਿੱਟ ਦੇਣੀ। ਸਹੀ। ਤੇ 5 ਕਿੱਲੇ ਕੱਢ ਲੈਣੀ। ਸਹੀ। ਉਹਨਾਂ 5 ਕਿੱਲਿਆਂ 'ਚ ਲੋਕਾਂ ਨੇ ਮੱਝਾਂ ਫੇਰਨੀਆਂ, ਬੱਕਰੀਆਂ ਫੇਰਨੀਆਂ, ਤੇ ਰੇਵੜ ਫੇਰਨੇ ਨੇ। ਉਹਨਾਂ ਦੇ ਵਿੱਚ ਕਦੀ ਮੇਂਗਣਾ ਕਦੀ ਕੁਛ, ਉਹਨੂੰ ਖਾਦ ਦੀ ਲੋੜ ਵੀ ਨਹੀਂ ਸੀ ਪੈਂਦੀ। ਸਹੀ ਸਹੀ। ਜੇ ਕੋਈ ਲੋੜ ਪਈ ਹੈ ਤੇ ਆਪਣੇ ਘਰ ਦੇ ਬੂਹੇ ਅੱਗੇ ਜਿਹੜੀ ਰੂੜੀ ਇਕੱਠੀ ਕੀਤੀ ਉਹੀ ਲੈ ਜਾ ਕੇ ਪਾ ਲੈਣੀ। ਕੋਈ ਖਾਦ ਦਾ ਤਸੱਵਰ ਨਹੀਂ ਸੀਗਾ, ਕੋਈ ਬੀਜ ਘਰ ਦੇ ਹੁੰਦੇ ਸੀ, ਘਰੇ ਰੱਖੀ ਹੁੰਦੀ ਸੀ ਕਣਕ ਬਚਾ ਕੇ। ਉਹ ਗੱਲਾਂ ਹੁਣ ਹੈ ਨਹੀਂ। ਹੁਣ ਤੇ ਬੀਜ ਵੀ ਜ਼ਹਿਰ ਆਲੂਦ ਕੀਤੇ ਹੁੰਦੇ ਬੀਜ ਵੀ ਹੁਣ। ਸਰ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਕੁਛ ਆਪਣੀ ਸ਼ਾਇਰੀ ਸੁਣਾਓ, ਕਿਉਂਕਿ ਇਹ ਗੱਲਾਂ ਤਾਂ ਮੈਂ ਕਹਿੰਦਾ ਕਿ ਬੰਦਾ ਸੁਣਦਾ ਰਹੇ ਤੇ ਮਜ਼ਾ ਲੈਂਦਾ ਰਹੇ ਤੇ ਸਾਰੀ ਜ਼ਿੰਦਗੀ ਨਹੀਂ ਨਾ ਮੁੱਕਣੀਆਂ ਗੱਲਾਂ। ਤੇ ਮੈਂ ਹੁਣ ਚਾਹਾਂਗਾ ਕਿ ਤੁਸੀਂ ਆਪਣੀ ਕੋਈ ਸ਼ਾਇਰੀ ਸਾਨੂੰ ਸਾਂਝੀ ਕਰੋ। ਸਰ ਅੱਜ ਤੁਹਾਨੂੰ ਮੈਂ ਪੁਰਾਣੀ ਸ਼ਾਇਰੀ ਥੋੜ੍ਹੀ ਜਿਹੀ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਜਿਹੜੀਆਂ ਆਪਣੇ ਆਪ ਤੇ ਤਿਲੀਆਂ ਨਹੀਂ ਬਚੀਆਂ। ਵਾਹ। ਜਿਹੜੀਆਂ ਆਪਣੇ ਆਪ ਤੇ ਤਿਲੀਆਂ ਨਹੀਂ ਬਚੀਆਂ, ਜਿਹੜੀਆਂ ਉੱਚੀ ਥਾਵੇਂ ਭਿੜੀਆਂ ਨਹੀਂ ਬਚੀਆਂ। ਵਾਹ। ਜਿਹੜੀਆਂ ਆਪਣੇ ਆਪ ਤੇ ਤਿਲੀਆਂ ਨਹੀਂ ਬਚੀਆਂ, ਜਿਹੜੀਆਂ ਉੱਚੀ ਥਾਵੇਂ ਭਿੜੀਆਂ ਨਹੀਂ ਬਚੀਆਂ। ਇਹ ਤੇ ਠੀਕ ਹੈ ਕਲੀਆਂ ਸ਼ਾਨ ਬਹਾਰਾਂ ਦੀ। ਇਹ ਤੇ ਠੀਕ ਹੈ ਕਲੀਆਂ ਸ਼ਾਨ ਬਹਾਰਾਂ ਦੀ, ਜਿਹੜੀਆਂ ਅਗਲ ਵਾਂਢੀ ਖਿੜੀਆਂ ਨਹੀਂ ਬਚੀਆਂ। ਬਈ ਵਾਹ 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 ਵਾਹ। ਇਹ ਤੇ ਠੀਕ ਹੈ ਕਲੀਆਂ ਸ਼ਾਨ ਬਹਾਰਾਂ ਦੀ, ਜਿਹੜੀਆਂ ਅਗਲ ਵਾਂਢੀ ਖਿੜੀਆਂ ਨਹੀਂ ਬਚੀਆਂ। ਤੇ ਗਰਜ਼ਾਂ ਦੇ ਲਈ ਜ਼ਹਿਰਾਂ ਦਿੱਤੀਆਂ ਧਰਤੀ ਨੂੰ। ਗਰਜ਼ਾਂ ਦੇ ਲਈ ਜ਼ਹਿਰਾਂ ਦਿੱਤੀਆਂ ਧਰਤੀ ਨੂੰ, ਫਸਲਾਂ ਬਚ ਗਈਆਂ ਨੇ ਚਿੜੀਆਂ ਨਹੀਂ ਬਚੀਆਂ। ਹਾਏ 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 ਹਾਏ। ਵਾਹ 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 ਵਾਹ। ਨਜ਼ਮ ਹੈ ਜੀ ਕਿ ਇੱਕ ਵਡੇਰੇ ਦੇ ਨੌਕਰ ਨੂੰ ਮੈਂ ਪੁੱਛਿਆ ਸੀ ਤੈਨੂੰ ਇੱਥੋਂ ਕੀ ਲੱਭਦਾ ਹੈ। ਇੱਕ ਵਡੇਰੇ ਦੇ ਨੌਕਰ ਨੂੰ ਮੈਂ ਪੁੱਛਿਆ ਸੀ ਤੈਨੂੰ ਇੱਥੋਂ ਕੀ ਲੱਭਦਾ ਹੈ। ਅੱਖਾਂ ਦੇ ਵਿੱਚ ਅਥਰੂ ਭਰ ਕੇ ਲਾਗੇ ਬਹਿ ਕੇ ਆਖਣ ਲੱਗਾ
ਮੇਰਾ ਦਾਦਾ ਇਸੇ ਘਰ ਦਾ ਨੌਕਰ ਸੀ, ਹਾਏ ਅੱਗੋਂ ਮੇਰਾ ਪਿਓ ਵੀ ਨੌਕਰ, ਹਾਂ ਅੱਗੋਂ ਮੈਂ ਵੀ ਇਸੇ ਘਰ ਦਾ ਨੌਕਰ ਵਾਂ ਵਾਹ ਤੇ 3 ਪੁਸ਼ਤਾਂ ਦੀ ਖਿਦਮਤ ਦੇ ਵਿੱਚ ਇਹ ਮਿਲਿਆ ਏ। ਸਾਡੇ ਮੁੱਖ ਮਹਾਂਦਰੇ ਸਾਰੇ ਚੌਧਰੀਆਂ ਤੇ ਜਾ ਪਏ। ਹਾਏ 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 ਵਾਹ 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 ਤੇ ਠੀਕ ਹੈ, 5ਵੀਂ ਤੋਂ ਲੈ MA ਤੀਕਰ ਉਹ ਕਮੀ ਦਾ ਕਮੀ ਸੀ। ਆਹਾ 5ਵੀਂ ਤੋਂ ਲੈ MA ਤੀਕਰ ਉਹ ਉਹ ਕਮੀ ਦਾ ਕਮੀ ਸੀ। ਡਿਗਰੀਆਂ ਆਪਣੇ ਹੱਥ ਵਿੱਚ ਫੜ ਕੇ ਲੱਗਦਾ ਫਿਰੇ ਚੁਗਾਠਾਂ ਨਾਲ। ਹਾਏ 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 5ਵੀਂ ਤੋਂ ਲੈ MA ਤੀਕਰ, ਵਾਹ 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 5ਵੀਂ ਤੋਂ ਲੈ MA ਤੀਕਰ ਉਹ ਕਮੀ ਦਾ ਕਮੀ ਸੀ। ਡਿਗਰੀਆਂ ਆਪਣੇ ਹੱਥ ਵਿੱਚ ਫੜ ਕੇ ਲੱਗਦਾ ਫਿਰੇ ਚੁਗਾਠਾਂ ਨਾਲ ਤੇ ਜਿਸ ਦਿਨ ਦਾ CSP ਹੋਇਆ ਰਿਸ਼ਤੇਦਾਰੀ ਰਾਠਾਂ ਨਾਲ। ਵਾਹ 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 ਦਿਲ ਵਿੱਚ ਇੰਨੀ ਦਖ ਰਹਿਣ ਦੇ, ਦਿਲ ਵਿੱਚ ਇੰਨੀ ਦਖ ਰਹਿਣ ਦੇ, ਦਿਲ ਵਿੱਚ ਇੰਨੀ ਦਖ ਰਹਿਣ ਦੇ, ਹਾਂ ਉਹਦੀ ਦਿਲ ਤੇ ਅੱਖ ਰਹਿਣ ਦੇ। ਹਾਏ 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 ਦਿਲ ਵਿੱਚ ਇੰਨੀ ਦਖ ਰਹਿਣ ਦੇ, ਉਹਦੀ ਦਿਲ ਤੇ ਅੱਖ ਉਹਦੀ ਦਿਲ ਤੇ ਅੱਖ ਰਹਿਣ ਦੇ ਤੇ ਪੁੱਤਰਾ ਘਰ ਤੇ ਬੋਲ ਪਿਆ ਸਿਆ ਪਰਿਆ ਵਿੱਚ ਤੇ ਕੱਖ ਰਹਿਣ ਹਾਏ ਦੇ। ਹਾਏ 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 ਵਾਹ 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 ਦਿਲ ਕੀ ਵਿੱਚ ਬਾਤ ਹੈ। ਦਿਲ ਵਿੱਚ ਇੰਨੀ ਦਖ ਰਹਿਣ ਦੇ, ਹਾਂ ਦਿਲ ਵਿੱਚ ਇੰਨੀ ਦਖ ਰਹਿਣ ਦੇ, ਉਹਦੀ ਦਿਲ ਤੇ ਅੱਖ ਰਹਿਣ ਦੇ, ਪੁੱਤਰਾ ਘਰ ਤੇ ਬੋਲ ਪਿਆ ਸਿਆ ਪਰਿਆ ਵਿੱਚ ਤੇ ਕੱਖ ਰਹਿਣ ਦੇ। ਵਾਹ ਤੇ ਅਣਖਾਂ ਵਾਲਾ ਹੁੰਦਾ ਹੈ ਨਾ ਤਾਂ ਨਹੀਂ ਮੁੱਕਣ ਦਿੰਦਾ। ਆਹਾ ਅਣਖਾਂ ਵਾਲਾ ਹੁੰਦਾ ਹੈ ਨਾ ਤਾਂ ਨਹੀਂ ਮੁੱਕਣ ਦਿੰਦਾ, ਜਦ ਤੱਕ ਰੁੱਖ ਦਾ ਗਲ ਨਾ ਵੱਢੀਏ ਛਾਂ ਨਹੀਂ ਮੁੱਕਣ ਦਿੰਦਾ। ਵਾਹ 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 ਅਣਖਾਂ ਵਾਲਾ, ਵਾਹ 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 ਅਣਖਾਂ ਵਾਲਾ ਹੁੰਦਾ ਹੈ ਨਾ ਤਾਂ ਨਹੀਂ ਮੁੱਕਣ ਦਿੰਦਾ, ਜਦ ਤੱਕ ਰੁੱਖ ਦਾ ਗਲ ਨਾ ਵੱਢੀਏ ਛਾਂ ਨਹੀਂ ਮੁੱਕਣ ਦਿੰਦਾ। ਤੇ ਪੱਗ ਦਾ ਮਤਲਬ ਸਮਝਣ ਵਾਲੇ ਥੋੜੇ ਰਹਿ ਗਏ ਸੂਫੀ। ਹਾਏ 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 ਪੱਗ ਦਾ ਮਤਲਬ ਸਮਝਣ ਵਾਲੇ ਥੋੜੇ ਰਹਿ ਗਏ ਸੂਫੀ। ਗੈਰਤ ਵਾਲਾ ਪੁੱਤਰ ਪਿਓ ਦਾ ਨਾਂ ਨਹੀਂ ਮੁੱਕਣ ਦਿੰਦਾ। ਹਾਏ 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 ਪੱਗ ਦਾ ਮਤਲਬ ਸਮਝਣ ਵਾਲੇ ਥੋੜੇ ਰਹਿ ਗਏ ਸੂਫੀ। ਵਾਹ 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 ਗੈਰਤ ਵਾਲਾ ਪੁੱਤਰ ਪਿਓ ਦਾ ਨਾਂ ਨਹੀਂ ਮੁੱਕਣ ਦਿੰਦਾ। ਤੇ ਜਿਹੜੇ ਦਿਨ ਤੋਂ ਬੇਦਰਦੀ ਨਾਲ ਠਹਿ ਗਈਆਂ, ਜਿਹੜੇ ਦਿਨ ਤੋਂ ਬੇਦਰਦੀ ਨਾਲ ਠਹਿ ਗਈਆਂ, ਮੇਰੀਆਂ ਅੱਖਾਂ ਕਿੰਨੇ ਸਦਮੇ ਸਹਿ ਗਈਆਂ। ਹਾਏ 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 ਜਿਹੜੇ ਦਿਨ ਤੋਂ ਬੇਦਰਦੀ ਨਾਲ ਠਹਿ ਗਈਆਂ, ਮੇਰੀਆਂ ਅੱਖਾਂ ਕਿੰਨੇ ਸਦਮੇ ਸਹਿ ਗਈਆਂ। ਤੇ ਸ਼ਹਿਰ ਦੇ ਵਿੱਚ ਦਸਤਾਰਾਂ ਵੰਡੀਆਂ ਹਾਕਮ ਨੇ। ਆਹਾ ਸ਼ਹਿਰ ਦੇ ਵਿੱਚ ਦਸਤਾਰਾਂ ਵੰਡੀਆਂ ਹਾਕਮ ਨੇ, ਜਦ ਸਿਰ ਫਿਰੀਆਂ ਧੌਣਾ ਮੋਢਿਓਂ ਲੈ ਗਈਆਂ। ਹਾਏ 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 ਸ਼ਹਿਰ ਦੇ ਵਿੱਚ ਵਾਹ 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 ਸ਼ਹਿਰ ਦੇ ਵਿੱਚ ਦਸਤਾਰਾਂ ਵੰਡੀਆਂ ਹਾਕਮ ਨੇ, ਜਦ ਸਿਰ ਫਿਰੀਆਂ ਧੌਣਾ ਮੋਢਿਓਂ ਲੈ ਗਈਆਂ। ਤੇ ਫਿਰ ਮੌਸਮ ਤੇ ਪਰਚੇ ਦਿਓ ਬਗਾਵਤ ਦੇ। ਫਿਰ ਮੌਸਮ ਤੇ ਪਰਚੇ ਦਿਓ ਬਗਾਵਤ ਦੇ। ਫਿਰ ਅੱਜ ਚਿੜੀਆਂ ਬਾਜ਼ਾਂ ਦੀਆਂ ਨਾਲ ਖਹਿ ਗਈਆਂ। ਹਾਏ 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 ਫਿਰ ਮੌਸਮ ਤੇ ਵਾਹ 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 ਫਿਰ ਮੌਸਮ ਤੇ ਪਰਚੇ ਦਿਓ ਬਗਾਵਤ ਦੇ। ਫਿਰ ਅੱਜ ਚਿੜੀਆਂ ਬਾਜ਼ਾਂ ਦੀਆਂ ਨਾਲ ਖਹਿ ਗਈਆਂ। ਤੇ ਚਾਰੇ ਪਾਸੇ ਚੌਧਰ ਚੋਰ ਉਚੱਕੇ ਦੀ, ਚਾਰੇ ਪਾਸੇ ਚੌਧਰ ਚੋਰ ਉਚੱਕੇ ਦੀ। ਹੁਣ ਤੇ ਪੱਗਾਂ ਕਿੱਲੀਆਂ ਜੋਗੀਆਂ ਰਹਿ ਗਈਆਂ। ਹਾਏ 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 ਚਾਰੇ ਪਾਸੇ ਚੌਧਰ ਚੋਰ ਉਚੱਕੇ ਦੀ। ਹੁਣ ਤੇ ਪੱਗਾਂ ਕਿੱਲੀਆਂ ਜੋਗੀਆਂ ਰਹਿ ਗਈਆਂ। ਤੇ ਉਹਦੇ ਉੱਤੇ ਦੋਸ਼ੇ ਕਾਹਦਾ ਸੂਫੀ ਜੀ, ਅਜ਼ਲੋਂ ਪੁੱਠੀਆਂ ਲੇਖ ਲਕੀਰਾਂ ਵਹਿ ਗਈਆਂ। ਹਾਏ 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 ਵਾਹ 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 ਵਾਹ। ਪੁਰਾਣੀ ਗਜ਼ਲ ਹੋਰ ਤੁਹਾਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਸਾਡੇ ਲਈ ਤੇ ਯਾਰ ਜ਼ਮਾਨੇ ਉਹੀ ਨੇ। ਸਾਡੇ ਲਈ ਤੇ ਯਾਰ ਜ਼ਮਾਨੇ ਉਹੀ ਨੇ, ਅੱਜ ਵੀ ਉਹਦੇ ਕੋਲ ਬਹਾਨੇ ਉਹੀ ਨੇ। ਹਾਏ 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 ਸਾਡੇ ਲਈ ਤੇ ਯਾਰ ਜ਼ਮਾਨੇ ਉਹੀ ਨੇ, ਅੱਜ ਵੀ ਉਹਦੇ ਕੋਲ ਬਹਾਨੇ ਉਹੀ ਨੇ। ਤੇ ਬਾਲ ਪੁਣੇ ਦੀਆਂ ਖੇਡਾਂ ਭੁੱਲੀਆਂ ਉਹਨਾਂ ਨੂੰ, ਸਾਡੇ ਅਥਰੇ ਚਾਹ ਮਰ ਜਾਣੇ ਉਹੀ ਨੇ। ਬਾਲ ਪੁਣੇ ਦੀਆਂ ਖੇਡਾਂ ਭੁੱਲੀਆਂ ਉਹਨਾਂ ਨੂੰ, ਸਾਡੇ ਅਥਰੇ ਚਾਹ ਮਰ ਜਾਣੇ ਉਹੀ ਨੇ। ਤੇ ਲੋਕੀ ਮਾਲਕ ਬਣ ਗਏ ਸ਼ੀਸ਼ ਮਹੱਲਾਂ ਦੇ, ਸਾਡੀ ਕੁੱਲੀ ਉੱਤੇ ਕਾਨੇ ਉਹੀ ਨੇ। ਲੋਕੀ ਮਾਲਕ ਬਣ ਗਏ, ਲੋਕੀ ਮਾਲਕ ਬਣ ਗਏ ਸ਼ੀਸ਼ ਮਹੱਲਾਂ ਦੇ, ਲੋਕੀ ਮਾਲਕ ਬਣ ਗਏ ਸ਼ੀਸ਼ ਮਹੱਲਾਂ ਦੇ, ਸਾਡੀ ਕੁੱਲੀ ਉੱਤੇ ਕਾਨੇ ਉਹੀ ਨੇ।
ਤੇ ਉਹਨੇ ਵਿਹੜਾ ਹੋਰ ਵਸਾਇਆ ਸੂਫੀ ਜੀ ਹਾਂ ਆਪਣੇ ਗੁੱਟ ਦੇ ਉੱਤੇ ਗਾਨੇ ਹਾਏ 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 ਉਹਨੇ ਵਾਹ, ਵਿਹੜਾ ਵਾਹ, ਵਾਹ, ਹੋਰ ਵਾਹ, ਵਸਾਇਆ ਸੂਫੀ ਜੀ ਹਾਏ ਆਪਣੇ ਗੁੱਟ ਦੇ ਉੱਤੇ ਗਾਨੇ ਉਹੀ ਨੇ ਵਾਹ ਜਿੱਤੀ ਬਾਜੀ ਹਾਰ ਕੇ ਸੁੱਟ ਜਿੱਤੀ ਜਿੱਤੀ ਬਾਜੀ ਹਾਰ ਕੇ ਹਾਰ ਕੇ ਸੁੱਟ ਮੈਂ ਨੂੰ ਅੰਦਰੋਂ ਮਾਰ ਕੇ ਸੁੱਟ ਹਾਏ 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 ਜਿੱਤੀ ਬਾਜੀ ਹਾਰ ਕੇ ਸੁੱਟ ਹਾਰ ਕੇ ਸੁੱਟ ਮੈਂ ਨੂੰ ਅੰਦਰੋਂ ਅੰਦਰੋਂ ਮਾਰ ਕੇ ਸੁੱਟ ਤੇ ਤੇਰੀ ਅੱਖ ਦਾ ਹੰਝੂ ਆ ਮੈਂ ਅੱਖੀਆਂ ਦੇ ਵਿੱਚ ਤਾਰ ਕੇ ਸੁੱਟ ਹਾਏ 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 ਤੇਰੀ ਅੱਖ ਦਾ ਹੰਝੂ ਆ ਮੈਂ ਤੇਰੀ ਅੱਖ ਦਾ ਹੰਝੂ ਆ ਮੈਂ ਅੱਖੀਆਂ ਦੇ ਵਿੱਚ ਤਾਰ ਕੇ ਸੁੱਟ ਤੇ ਪਰਿਆ ਵਿੱਚ ਇਨਸਾਫ ਨਹੀਂ ਹੋਇਆ ਹਾਂ ਪਰਿਆ ਵਿੱਚ ਇਨਸਾਫ ਨਹੀਂ ਹੋਇਆ ਪਗੜੀ ਸਿਰੋਂ ਉਤਾਰ ਕੇ ਸੁੱਟ ਹਾਏ 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 ਪਰਿਆ ਵਿੱਚ ਹਾਏ 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 ਪਰਿਆ ਵਿੱਚ ਇਨਸਾਫ ਨਹੀਂ ਹੋਇਆ ਕੀ ਬਾਤ ਹੈ ਸੁਖੀ ਪਗੜੀ ਸਿਰੋਂ ਉਤਾਰ ਕੇ ਸੁੱਟ ਤੇ ਦਿਲ ਤੇਰੇ ਤੋਂ ਸਦਕੇ ਕੀਤਾ ਹਾਂ ਦਿਲ ਤੇਰੇ ਤੋਂ ਸਦਕੇ ਕੀਤਾ ਆਪਣੇ ਸਿਰ ਤੋਂ ਵਾਰ ਕੇ ਸੁੱਟ ਹਾਏ 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 ਐਡੀ ਕੱਚੀ ਤੰਦ ਨਾ ਹੁੰਦੀ ਪਿਆਰ ਦੀ ਬਾਰੀ ਬੰਦ ਨਾ ਹੁੰਦੀ ਹਾਂ ਹਾਂ ਐਡੀ ਕੱਚੀ ਤੰਦ ਨਾ ਹੁੰਦੀ ਪਿਆਰ ਦੀ ਬਾਰੀ ਬੰਦ ਨਾ ਹੁੰਦੀ ਮੈਂ ਵੀਰਾਂ ਨੂੰ ਆਵਾਜ਼ਾਂ ਦਿੰਦਾ ਜੇ ਵਿਹੜੇ ਵਿੱਚ ਕੰਧ ਨਾ ਹੁੰਦੀ ਹਾਏ ਹਾਏ ਮੈਂ ਵੀਰਾਂ ਨੂੰ ਆਵਾਜ਼ਾਂ ਦਿੰਦਾ ਹਾਏ ਹਾਏ ਜੇ ਵਿਹੜੇ ਵਿੱਚ ਕੰਧ ਨਾ ਹੁੰਦੀ ਹਾਏ 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 ਉਰਲੇ ਪਰਲੇ ਇੱਥੇ ਰਹਿ ਗਏ ਮਾਂ ਦੇ ਤਰਲੇ ਇੱਥੇ ਰਹਿ ਗਏ ਵਾਹ ਵਿਹੜੇ ਚੋਂ ਦੋ ਲਾਸ਼ਾਂ ਉੱਠੀਆਂ ਪੰਜੇ ਮਰਲੇ ਇੱਥੇ ਰਹਿ ਗਏ ਹਾਏ ਹਾਏ ਵਿਹੜੇ ਚੋਂ ਦੋ ਲਾਸ਼ਾਂ ਉੱਠੀਆਂ ਹਾਏ 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 ਪੰਜੇ ਮਰਲੇ ਇੱਥੇ ਰਹਿ ਗਏ ਤੇ ਲੇਖੀ ਧੁੱਪ ਸੀ ਤਾਂ ਨਹੀਂ ਲੱਭੀ ਹਾਂ ਲੇਖੀ ਧੁੱਪ ਸੀ ਤਾਂ ਨਹੀਂ ਲੱਭੀ ਸੰਗਨੇ ਰੁੱਖ ਦੀ ਛਾਂ ਨਹੀਂ ਲੱਭੀ ਤੇ ਪਿਓ ਨੇ ਮੁੜ ਕੇ ਸ਼ਾਦੀ ਕਰ ਲਈ ਪਰ ਪੁੱਤਰਾਂ ਨੂੰ ਮਾਂ ਨਹੀਂ ਹਾਏ 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 ਲੇਖੀ ਧੁੱਪ ਸੀ ਤਾਂ ਨਹੀਂ ਲੱਭੀ ਹਾਏ ਹਾਏ ਸੰਗਨੇ ਰੁੱਖ ਦੀ ਛਾਂ ਨਹੀਂ ਲੱਭੀ ਵਾਹ ਵਾਹ ਪਿਓ ਨੇ ਮੁੜ ਕੇ ਸ਼ਾਦੀ ਕਰ ਲਈ ਪਰ ਪੁੱਤਰਾਂ ਨੂੰ ਮਾਂ ਨਹੀਂ ਲੱਭੀ ਤੇ 4 ਮੁਰੱਬੇ ਰਕਬਾ ਉਹਦਾ ਇੱਕ ਕਬਰ ਦੀ ਥਾਂ ਨਹੀਂ ਲੱਭੀ ਹਾਏ ਹਾਏ 4 ਮੁਰੱਬੇ ਰਕਬਾ ਹਾਏ ਉਹਦਾ ਹਾਏ ਹਾਏ ਇੱਕ ਕਬਰ ਦੀ ਥਾਂ ਨਹੀਂ ਲੱਭੀ ਭੁੱਲ ਕੇ ਵੀ ਇਹ ਭੁੱਲ ਨਾ ਕਰ ਉਹਦਾ ਜੀਵਨ ਗੋਲ ਨਾ ਕਰ ਆਹਾ ਭੁੱਲ ਕੇ ਵੀ ਇਹ ਭੁੱਲ ਨਾ ਕਰ ਉਹਦਾ ਜੀਵਨ ਗੋਲ ਨਾ ਕਰ ਪੱਤੀ ਪੱਤੀ ਹੋ ਜਾਵੇਗਾ ਗੱਲ ਦੇ ਨੇੜੇ ਫੁੱਲ ਨਾ ਕਰ ਹਾਏ 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 ਭੁੱਲ ਕੇ ਵੀ ਇਹ ਭੁੱਲ ਨਾ ਕਰ ਵਾਹ 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 ਉਹਦਾ ਜੀਵਨ ਗੁੱਲ ਨਾ ਕਰ ਕੀ ਬਾਤ ਪੱਤੀ ਪੱਤੀ ਹੋ ਜਾਵੇਗਾ ਗੱਲ ਦੇ ਨੇੜੇ ਫੁੱਲ ਨਾ ਕਰ ਆਪਣੇ ਢਿੱਡ ਦੀ ਭੁੱਖ ਲਈ ਲੋਕਾਂ ਹਾਏ ਹੀਰੇ ਗਿਰਵੀ ਰੱਖੇ ਹਾਏ 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 ਆਪਣੇ ਢਿੱਡ ਦੀ ਭੁੱਖ ਲਈ ਲੋਕਾਂ ਹੀਰੇ ਗਿਰਵੀ ਰੱਖੇ ਹਰ ਹੋਟਲ ਤੇ ਛੋਟੇ ਛੋਟੇ ਬੱਚੇ ਗਿਰਵੀ ਰੱਖੇ ਹਾਏ ਤੇ ਧੀ ਦੀ ਸ਼ਾਦੀ ਵੇਲੇ ਮਾਂ ਦੇ ਸਰਫੇ ਇੱਜ਼ਤ ਰੱਖੀ ਅੱਧੇ ਗਹਿਣੇ ਧੀ ਨੂੰ ਦਿੱਤੇ ਅੱਧੇ ਗਿਰਵੀ ਰੱਖੇ ਹਾਏ 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 ਅੱਧੇ ਗਹਿਣੇ ਧੀ ਨੂੰ ਦਿੱਤੇ ਅੱਧੇ ਗਿਰਵੀ ਰੱਖੇ ਤੇ ਵੇਖਣ ਲਈ ਨੇ ਚਿੱਟੇ ਕੱਪੜੇ ਵੇਖਣ ਲਈ ਖੁਸ਼ਹਾਲੀ ਕਿਸੇ ਨੇ ਰਕਬੇ ਕਿਸੇ ਨੇ ਆਪਣੇ ਕੋਠੇ ਗਿਰਵੀ ਰੱਖੇ ਤੇ ਮਾਤੜ ਘਰ ਨੇ ਮੁਸਤਕਬਲ ਲਈ ਪੁੱਤਰ ਬਾਹਰ ਪੜਾਇਆ ਮਾਤੜ ਘਰ ਨੇ ਮੁਸਤਕਬਲ ਲਈ ਪੁੱਤਰ ਬਾਹਰ ਪੜਾਇਆ ਉਸ ਪੁੱਤਰ ਨੇ ਲਵ ਮੈਰਿਜ ਲਈ ਮਾਪੇ ਗਿਰਵੀ ਰੱਖੇ ਮਾਤੜ ਘਰ ਨੇ ਮੁਸਤਕਬਲ ਲਈ ਪੁੱਤਰ ਬਾਹਰ ਪੜਾਇਆ ਉਸ ਪੁੱਤਰ ਨੇ ਲਵ ਮੈਰਿਜ ਲਈ ਮਾਪੇ ਗਿਰਵੀ ਰੱਖੇ ਤੇ ਤੂੰ ਕੀ ਖਟਿਆ ਸੂਫੀ ਤੇਥੋਂ ਉਹ ਵੀ ਖੁਸ਼ ਨਾ ਹੋਇਆ ਜਿਹਦੇ ਹਾਸਿਆਂ ਲਈ ਤੂੰ ਆਪਣੇ ਹਾਸੇ ਗਿਰਵੀ ਰੱਖੇ ਵਾਹ 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 ਇੱਕ ਨਜ਼ਮ ਵਾਹ 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 ਟੇਬਲਮੈਨ ਕਿ ਲੋਕਾਂ ਨੂੰ ਗਰਮਾਈਆਂ ਵੰਡੇ ਭਰੀਆਂ ਮੁਰਗ ਕੜਾਈਆਂ ਵੰਡੇ ਲੋਕਾਂ ਨੂੰ ਗਰਮਾਈਆਂ ਵੰਡੇ ਭਰੀਆਂ ਮੁਰਗ ਕੜਾਈਆਂ ਵੰਡੇ ਆਪੋਂ ਰੋਟੀ ਉੱਤੇ ਰੱਖ ਕੇ 2-3 ਡੱਕਰੇ ਮੂਲੀ ਦੇ ਪਾਸੇ ਬਹਿ ਕੇ ਖਾ ਲੈਂਦਾ ਏ ਢਿੱਡ ਦੀ ਅੱਗ ਬੁਝਾ ਲੈਂਦਾ ਹਾਏ 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 ਵਾਹ 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 ਹਰ ਤੋਹਫਾ ਉਹ ਮੁਖਲਸ ਹੋ ਕੇ ਪੇਸ਼ ਕਰੇ ਹਰ ਤੋਹਫਾ ਉਹ ਮੁਖਲਸ ਹੋ ਕੇ ਪੇਸ਼ ਕਰੇ ਕਲੀਆਂ ਸੂਲਾਂ ਵਿੱਚ ਪਰੋ ਕੇ ਪੇਸ਼ ਕਰੇ ਹਰ ਤੋਹਫਾ ਉਹ ਮੁਖਲਸ ਹੋ ਕੇ ਪੇਸ਼ ਕਰੇ ਕਲੀਆਂ ਸੂਲਾਂ ਵਿੱਚ ਪਰੋ ਕੇ ਪੇਸ਼ ਕਰੇ ਤੇ ਇਹ ਤੋਂ ਵੱਧ ਕੇ ਹੋਰ ਖਲੂਸ ਕੀ ਹੋਣਾ ਹੈ ਗੁਲਦਸਤੇ ਵਿੱਚ ਸੱਪ ਲੁਕੋ ਕੇ ਹਾਏ 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 ਇਹ ਤੋਂ ਵੱਧ ਕੇ ਹੋਰ ਖਲੂਸ ਕੀ ਹੋਣਾ ਹੈ
ਵਾਹ ਵਾਹ ਗੁਲਦਸਤੇ ਵਿੱਚ ਸੱਪ ਲੁਕੋ ਕੇ ਪੇਸ਼ ਕਰੇ ਤੇ ਖੰਜਰ ਉਹ ਦੋ ਧਾਰਾ ਮੇਰੇ ਦੁਸ਼ਮਣ ਨੂੰ ਮੇਰੇ ਲਹੂ ਦੇ ਵਿੱਚ ਡੁਬੋ ਕੇ ਪੇਸ਼ ਕਰੇ। ਵਾਹ ਖੰਜਰ ਵਾਹ ਉਹ ਵਾਹ ਵਾਹ ਦੋ ਧਾਰਾ ਮੇਰੇ ਦੁਸ਼ਮਣ ਨੂੰ ਮੇਰੇ ਲਹੂ ਦੇ ਵਿੱਚ ਡੁਬੋ ਕੇ ਪੇਸ਼ ਕਰੇ। ਤੇ ਜ਼ੋਰਾਵਰ ਦੁਨੀਆ ਵਿੱਚ ਕੋਈ ਵੀ ਨਹੀਂ ਸੁਣਦਾ ਜੇ ਬੰਦਾ ਫਰਿਆਦਾਂ ਰੋ ਕੇ ਹਾਏ 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 ਜ਼ੋਰਾਵਰ ਵਾਹ 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 ਜ਼ੋਰਾਵਰ ਦੁਨੀਆ ਵਿੱਚ ਕੋਈ ਵੀ ਨਹੀਂ ਸੁਣਦਾ ਜੇ ਬੰਦਾ ਫਰਿਆਦਾਂ ਰੋ ਕੇ ਪੇਸ਼ ਕਰੇ। ਤੇ ਕਸਮੇ ਰੱਬ ਦੀ ਮੈਂ ਤੇ ਸਾਰੇ ਮੰਨ ਲਵਾਂ ਕਸਮੇ ਰੱਬ ਦੀ ਮੈਂ ਤੇ ਸਾਰੇ ਮੰਨ ਲਵਾਂ ਮੇਰੇ ਜੁਰਮ ਜੇ ਕੋਲ ਖਲੋ ਕੇ ਪੇਸ਼ ਕਰੇ। ਵਾਹ 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 ਕਿਹੜਾ ਕਹਿੰਦਾ ਸ਼ੀਸ਼ ਨਵਾ ਕੇ ਲੰਘਿਆ ਸਾਂ ਮੈਂ ਅੱਖਾਂ ਵਿੱਚ ਅੱਖਾਂ ਪਾ ਕੇ ਲੰਘਿਆ ਸਾਂ। ਆਹਾ ਕਿਹੜਾ ਕਹਿੰਦਾ ਸ਼ੀਸ਼ ਨਵਾ ਕੇ ਲੰਘਿਆ ਸਾਂ ਮੈਂ ਅੱਖਾਂ ਵਿੱਚ ਅੱਖਾਂ ਪਾ ਕੇ ਲੰਘਿਆ ਸਾਂ। ਫੁੱਲਾਂ ਵਰਗੇ ਲੋਕਾਂ ਦੀ ਉਸ ਬਸਤੀ ਚੋਂ ਜਦ ਲੰਘਿਆ ਸਾਂ ਪੱਥਰ ਖਾ ਕੇ ਲੰਘਿਆ ਹਾਏ 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 ਫੁੱਲਾਂ ਵਰਗੇ ਲੋਕਾਂ ਦੀ ਉਸ ਬਸਤੀ ਚੋਂ ਜਦ ਲੰਘਿਆ ਸਾਂ ਪੱਥਰ ਖਾ ਕੇ ਲੰਘਿਆ ਸਾਂ। ਤੇ ਉਂਗਲਾਂ ਦੇ ਵਿੱਚ ਉਂਗਲਾਂ ਪਾ ਕੇ ਸੱਜਣ ਦੇ ਦੁਸ਼ਮਣ ਨੂੰ ਤੜਫਾ ਕੇ ਉਂਗਲਾਂ ਦੇ ਵਿੱਚ ਉਂਗਲਾਂ ਪਾ ਕੇ ਸੱਜਣ ਦੇ ਦੁਸ਼ਮਣ ਨੂੰ ਤੜਫਾ ਕੇ ਲੰਘਿਆ ਸਾਂ। ਤੇ ਮੈਂ ਬਾਜ਼ਾਂ ਦੇ ਜੰਗਲ ਵਿੱਚੋਂ ਸੂਫੀ ਜੀ ਉਂਗਲੀ ਉੱਤੇ ਚਿੜੀ ਬਿਠਾ ਕੇ ਲੰਘਿਆ ਮੈਂ ਬਾਜ਼ਾਂ ਦੇ ਜੰਗਲ ਵਿੱਚੋਂ ਸੂਫੀ ਜੀ ਉਂਗਲੀ ਉੱਤੇ ਚਿੜੀ ਬਿਠਾ ਕੇ ਲੰਘਿਆ। ਬਹੁਤ ਅੱਛੇ ਬਹੁਤ ਅੱਛੇ। ਸੁੱਚਿਆਂ ਲਾਲਾਂ ਦੀ ਹੁਣ ਅਸਲੋਂ ਟੌਰ ਗਵਾਈ ਜਾਂਦੇ ਕੱਚ ਦੇ ਮਨਕੇ ਸ਼ਹਿਰ ਦੇ ਅੰਦਰ ਨਹਿਰ ਮਚਾਈ ਜਾਂਦੇ। ਹਾਏ 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 ਸੁੱਚੀਆਂ ਲਾਲਾਂ ਦੀ ਹੁਣ ਅਸਲੋਂ ਟੌਰ ਗਵਾਈ ਜਾਂਦੇ ਕੱਚ ਦੇ ਮਨਕੇ ਸ਼ਹਿਰ ਦੇ ਅੰਦਰ ਨਹਿਰ ਮਚਾਈ ਜਾਂਦੇ। ਤੇ ਦੱਸੋ ਖਾਂ ਉਸ ਗੁਲਸ਼ਨ ਦਾ ਕੀ ਸੋਲ ਸੁਹੱਪਣ ਰਹਿਣਾ ਜਿੱਥੇ ਮਾਲੀ ਕਲੀਆਂ ਪੁੱਟ ਕੇ ਅੱਕ ਉਗਾਈ ਜਾਂਦੇ। ਦੱਸੋ ਖਾਂ ਉਸ ਗੁਲਸ਼ਨ ਦਾ ਕੀ ਸੋਲ ਸੁਹੱਪਣ ਰਹਿਣਾ ਜਿੱਥੇ ਮਾਲੀ ਕਲੀਆਂ ਪੁੱਟ ਕੇ ਅੱਕ ਉਗਾਈ ਜਾਂਦੇ। ਤੇ ਮਰਨੋਂ ਪਿੱਛੇ ਚਾਰੇ ਬਾਈਆਂ ਤੇ ਸਨ ਦੁਸ਼ਮਣ ਮੇਰੇ ਮਰਨੋਂ ਪਿੱਛੇ ਚਾਰੇ ਬਾਈਆਂ ਤੇ ਸਨ ਦੁਸ਼ਮਣ ਮੇਰੇ ਚਾਰ ਕਦਮ ਤੇ ਸੱਜਣ ਮੇਰਾ ਭਾਰ ਵੰਡਾਈ ਮਰਨੋਂ ਪਿੱਛੇ ਚਾਰੇ ਬਾਈਆਂ ਤੇ ਸਨ ਦੁਸ਼ਮਣ ਮੇਰੇ ਚਾਰ ਕਦਮ ਤੇ ਸੱਜਣ ਮੇਰਾ ਭਾਰ ਵੰਡਾਈ ਜਾਂਦੇ। ਬਹੁਤ ਅੱਛੇ। ਇੰਜ ਤੇ ਨਹੀਂ ਹਨੇਰਿਆਂ ਦੇ ਨਾਲ ਆਡਾ ਲਾਇਆ ਜਾਣਾ ਉਹਨੂੰ ਕਹੋ ਬਨੇਰੇ ਉੱਤੇ ਦੀਵਾ ਬਾਲ ਕੇ ਰੱਖੇ। ਇੰਜ ਤੇ ਨਹੀਂ ਹਨੇਰਿਆਂ ਦੇ ਨਾਲ ਆਡਾ ਲਾਇਆ ਜਾਣਾ ਉਹਨੂੰ ਕਹੋ ਬਨੇਰੇ ਉੱਤੇ ਦੀਵਾ ਬਾਲ ਕੇ ਰੱਖੇ। ਤੇ ਦੁਖੜੇ ਦੇਵਨ ਵਾਲਿਆ ਸੱਜਣਾ ਜੀ ਆਇਆਂ ਨੂੰ ਸਦਕੇ ਜਾ ਦੁਖੜੇ ਦੇਵਨ ਵਾਲਿਆ ਸੱਜਣਾ ਜੀ ਆਇਆਂ ਨੂੰ ਸਦਕੇ ਜਾ ਮੈਂ ਦੁੱਖਾਂ ਦੇ ਖਾਲੀ ਬਰਤਨ ਹੁਣੇ ਹੰਗਾਲ ਕੇ ਰੱਖੇ ਮੈਂ ਦੁੱਖਾਂ ਦੇ ਖਾਲੀ ਬਰਤਨ ਹੁਣੇ ਹੰਗਾਲ ਕੇ ਰੱਖੇ। ਤੇ ਆਪੇ ਦੱਸੋ ਦੋਹਾਂ ਵਿੱਚੋਂ ਪਿਆਰ ਪੁਜਾਰੀ ਕਿਹੜਾ ਅਸੀਂ ਕਬੂਤਰ ਰੱਖੇ ਉਹਨੇ ਫਨੀਅਰ ਪਾਲ ਕੇ ਆਪੇ ਦੱਸੋ ਦੋਹਾਂ ਵਿੱਚੋਂ ਪਿਆਰ ਪੁਜਾਰੀ ਕਿਹੜਾ ਅਸੀਂ ਕਬੂਤਰ ਰੱਖੇ ਉਹਨੇ ਫਨੀਅਰ ਪਾਲ ਕੇ ਰੱਖੇ। ਤੇ ਹੁਣ ਕਿਉਂ ਮੇਰਿਆਂ ਪੈਰਾਂ ਥੱਲੇ ਫੁੱਲ ਖਿਲਾਰੀ ਜਾਵੇ ਹੁਣ ਕਿਉਂ ਮੇਰਿਆਂ ਪੈਰਾਂ ਥੱਲੇ ਫੁੱਲ ਖਿਲਾਰੀ ਜਾਵੇ ਜੋ ਕਹਿੰਦਾ ਸੀ ਮੇਰੀ ਜੂਹ ਵਿੱਚ ਪੈਰ ਸੰਭਾਲ ਕੇ ਰੱਖੇ। ਆਪਣਾ ਜੀਵਨ ਪੱਥਰਾਂ ਵਿੱਚ ਗੁਜ਼ਾਰ ਲਿਆ ਏ ਸੂਫੀ ਪਰ ਉਹਦੇ ਲਈ ਸੁੱਚੇ ਹੀਰੇ ਭਾਲ ਕੇ ਰੱਖੇ। ਬਈ ਬਹੁਤ ਅੱਛੇ ਵਾਹ 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 ਬਹੁਤ ਸ਼ੁਕਰੀਆ ਕੀ ਬਾਤ ਹੈ। ਕੱਲ ਉਹਦੀ ਨਿਗਰਾਨੀ ਦੇ ਵਿੱਚ ਅੱਗਾਂ ਲੱਗੀਆਂ ਪਾਣੀ ਦੇ ਵਿੱਚ ਕੱਲ ਉਹਦੀ ਨਿਗਰਾਨੀ ਦੇ ਵਿੱਚ ਅੱਗਾਂ ਲੱਗੀਆਂ ਪਾਣੀ ਦੇ ਵਿੱਚ ਮੁਨਸਫ ਦਾ ਕਿਰਦਾਰ ਹੈ ਕਿੱਥੇ ਅੱਜ ਇਨਸਾਫ ਕਹਾਣੀ ਦੇ ਵਿੱਚ ਮੁਨਸਫ ਦਾ ਕਿਰਦਾਰ ਹੈ ਕਿੱਥੇ ਅੱਜ ਇਨਸਾਫ ਕਹਾਣੀ ਦੇ ਵਿੱਚ ਤੇ ਧੀ ਲਈ ਬੂਹਾ ਲੱਭੋ ਜਿਸ ਦਾ ਬੰਦਾ ਮਰੇ ਜਵਾਨੀ ਦੇ ਵਿੱਚ ਧੀ ਲਈ ਬੂਹਾ ਲੱਭੋ ਜਿਸ ਦਾ ਬੰਦਾ ਮਰੇ ਜਵਾਨੀ ਦੇ ਵਿੱਚ ਅੱਜ ਉਹਦੀ ਨਿਗਰਾਨੀ ਦੇ ਵਿੱਚ ਅੱਗਾਂ ਲੱਗੀਆਂ ਪਾਣੀ ਦੇ ਵਿੱਚ। ਬਹੁਤ ਅੱਛੇ। ਆਖਰ ਉਹਨੇ ਮੇਰੇ ਹੀ ਦਿਲ ਵਿੱਚ ਵਸਣਾ ਹੈ ਕੀ ਹੋਇਆ ਜੇ ਅੱਜ ਨਿਭਾ ਨਹੀਂ ਹੋ ਸਕਦਾ ਆਖਰ ਉਹਨੇ ਮੇਰੇ ਹੀ ਦਿਲ ਵਿੱਚ ਵਸਣਾ ਹੈ ਕੀ ਹੋਇਆ ਜੇ ਅੱਜ ਨਿਭਾ ਨਹੀਂ ਹੋ ਸਕਦਾ ਮੈਥੋਂ ਉਹਦੀਆਂ ਯਾਦਾਂ ਕਿਸ ਤਰ੍ਹਾਂ ਖੋਵੋਗੇ ਅੱਗ ਦੇ ਕੋਲੋਂ ਛੇਕ ਜੁਦਾ ਨਹੀਂ ਹੋ ਸਕਦਾ। ਵਾਹ 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 ਵਾਹ। ਜਿਹਨੂੰ
ਦਿਲ ਤੋਂ ਵੱਖ ਨਹੀਂ ਕੀਤਾ, ਹਾਏ 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 ਉਹ ਵੀ ਕਹਿੰਦਾ ਕੱਖ ਨਹੀਂ ਕੀਤਾ। ਕੀ ਬਾਤ ਹੈ, ਕੀ ਬਾਤ। ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ, ਉਹ ਵੀ ਕਹਿੰਦਾ ਕੱਖ ਨਹੀਂ ਕੀਤਾ। ਤੇ ਸੱਜਣ ਨੂੰ ਪਹਿਚਾਨ ਨਹੀਂ ਸਕਿਆ, ਮੈਂ ਜੋ ਦਿਲ ਨੂੰ ਅੱਖ ਨਹੀਂ ਕੀਤਾ। ਹਾਏ ਹਾਏ ਹਾਏ। ਸੱਜਣ ਨੂੰ ਪਹਿਚਾਨ ਨਹੀਂ ਸਕਿਆ, ਮੈਂ ਜੋ ਦਿਲ ਨੂੰ ਅੱਖ ਨਹੀਂ ਕੀਤਾ। ਤੇ ਮੇਰੇ ਕੋਲ ਵੀ ਸਿਫਰਾਂ ਹੈ ਸਨ, ਪਰ ਮੈਂ 100 ਨੂੰ ਲੱਖ ਨਹੀਂ ਕੀਤਾ। ਵਾਹ 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 ਵਾਹ। ਕਿੰਨਾ ਪਾਇਆ, ਸ਼ੋਰ ਨਹੀਂ ਲੱਭਾ, ਮੇਰੇ ਦਿਲ ਦਾ ਚੋਰ ਨਹੀਂ ਲੱਭਾ। ਕੀ ਬਾਤ ਹੈ। ਤੇ ਅੱਖੀਆਂ ਮੇਲ ਖਲੋਤੇ ਰਹੇ ਆ, ਹਾਂ, ਅੱਖੀਆਂ ਮੇਲ ਖਲੋਤੇ ਰਹੇ ਆ, ਦੋਵਾਂ ਨੂੰ ਕੋਈ ਹੋਰ ਨਹੀਂ ਲੱਭਾ। ਹਾਏ 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 ਹਾਏ। ਵਾਹ 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 ਵਾਹ। ਇੱਕ ਨਜ਼ਮ ਸੀ ਕਿ ਆਜਾ ਦੋਵੇਂ ਇੱਕ ਮਿੱਕ ਹੋਈਏ, ਆਜਾ ਦੋਵੇਂ ਇੱਕ ਮਿੱਕ, ਆਜਾ ਦੋਵੇਂ ਇੱਕ ਮਿੱਕ ਹੋਈਏ, ਇੱਕ ਦੂਜੇ ਦੇ ਬਣ ਜਾਈਏ ਹਮਰਾਜ਼। ਅੱਖਾਂ ਦੇ ਨਾਲ ਜਫੀਆਂ ਪਾਈਏ, ਤੇ ਕੰਨਾਂ ਦੇ ਨਾਲ ਸੁਣਦੇ ਰਹੀਏ ਸਾਵਾਂ ਦੀ ਆਵਾਜ਼। ਹਾਏ 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 ਹਾਏ। ਵਾਹ 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 ਵਾਹ। ਨਜ਼ਮ ਆਈ ਤੇ ਦੀਨੇ ਕਾਮੇ ਦਾ ਇੱਕ ਸੋਲ ਮਲੂਕ ਲੜਿਕੜਾ ਪੁੱਤਰ, ਸ਼ਿਖਰ ਦੁਪਹਿਰੀ ਨੰਗੇ ਪੈਰੀ ਲੱਸੀ ਲੈ ਕੇ ਟੁਰਿਆ ਜਾਵੇ, ਬੁੱਕ ਬੁੱਕ ਰੋਵੇ ਨਾਲੇ ਸੋਚੇ, ਜੇਕਰ ਰੱਬਾ ਹੁੰਦਾ ਮੈਂ ਵੀ ਮਲਕ ਹੋਰਾਂ ਦਾ ਕੁੱਤਾ, ਮੈਂ ਵੀ ਮਿੱਠੀ ਲੱਸੀ ਪੀ ਕੇ ਠੰਡੀ ਛਾਵੇਂ ਸੌਂਦਾ। ਹਾਏ 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 ਹਾਏ। ਵਾਹ 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 ਵਾਹ। ਉਹਦੇ ਬਾਝੋਂ ਕਿਸ ਤਰ੍ਹਾਂ ਵੇਖਾਂ, ਸੋਹਣੀਆਂ ਸੋਲ ਬਹਾਰਾਂ ਮੈਂ, ਉਹਦੇ ਬਾਝੋਂ ਕਿਸ ਤਰ੍ਹਾਂ ਵੇਖਾਂ, ਸੋਹਣੀਆਂ ਸੋਲ ਬਹਾਰਾਂ ਮੈਂ। ਅਕਲਾਪੇ ਦੀ ਧੁੱਪੇ ਦਿਲ ਦਾ ਬੂਟਾ ਸੁੱਕਦਾ ਰਹਿੰਦਾ ਏ। ਇੱਕ ਦਿਨ ਉਹਨੇ ਗੁੱਸੇ ਵਿੱਚ ਤਸਵੀਰ ਦੇ ਟੁਕੜੇ ਕੀਤੇ ਸੀ, ਉਸੇ ਦਿਨ ਤੋਂ ਸੜਕਾਂ ਉੱਤੋਂ ਕਾਗਜ਼ ਚੁੱਕਦਾ ਰਹਿੰਦਾ। ਹਾਏ 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 ਹਾਏ। ਵਾਹ 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 ਵਾਹ। ਬਹੁਤ ਅੱਛੇ, ਮਿਹਰਬਾਨੀ ਜੀ, ਸ਼ੁਕਰੀਆ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਤੇ ਅੱਲਾਹ ਪਾਕ ਤੁਹਾਡਾ ਸਾਇਆ ਸਾਡੇ ਸਿਰ ਤੇ ਇੰਨੀ ਸਲਾਮਤ ਰੱਖੇ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬਹੁਤ ਮਜ਼ਾ ਆਇਆ ਗੱਲਬਾਤ ਦਾ ਵੀ ਤੇ ਸ਼ਾਇਰੀ ਦਾ ਵੀ, ਤੇ ਇਨਸ਼ਾਅੱਲਾ ਫਿਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ, ਤੇ ਫਿਰ ਅਸੀਂ ਤੁਹਾਡੀ ਸ਼ਾਇਰੀ ਸੁਣਦੇ ਰਹਾਂਗੇ ਇਨਸ਼ਾਅੱਲਾ। ਸੱਜਣੋ ਤੇ ਮਿੱਤਰੋ, ਹਨੀਸ ਸੂਫੀ ਸਾਹਿਬ ਨੂੰ ਤੁਸੀਂ ਸੁਣਿਆ, ਗੁਫ਼ਤਗੂ ਪੁਰਾਣੇ ਜ਼ਮਾਨੇ ਅਸੀਂ ਉਹਨਾਂ ਦੀ ਯਾਦਾਂ ਸਾਂਝੀਆਂ ਕੀਤੀਆਂ, ਸ਼ਾਇਰੀ ਸੁਣੀ, ਔਰ ਸ਼ਾਇਰੀ ਦੇ ਅੰਦਰ ਰਹਿਤਲ ਦਾ ਜਿਹੜਾ ਅਸਰ ਹੈ, ਪੰਜਾਬੀ ਰਹਿਤਲ ਦਾ, ਪੁਰਾਣੇ ਜ਼ਮਾਨੇ ਦੇ ਜਿਹੜੇ ਉੱਠਣ ਬੈਠਣ ਦੇ ਮਾਮਲਾ ਸਨ, ਉਹ ਸਾਰੇ ਉਹਨਾਂ ਨੇ ਇਹਦੇ ਵਿੱਚ ਕਵਰ ਕੀਤੇ ਨੇ। ਤੇ ਤੁਸੀਂ ਆਪਣੀ ਰਾਏ ਦਿਓ, ਬਹੁਤ ਸਾਰਾ ਖਿਆਲ ਰੱਖੋ, ਜਿਉਂਦੇ ਵਾਸਤੇ।